महिमा वर्ण न सको। तू ठाकुर ऊच भगवना, स्वर्ग वासना बाछिए, डरिए ना नरक निवास। होना है सो होई है, होना है सो होई है। मन न कीजे आस, मैया गुण गाई है। जानते पाइए परम निधान, क्या जाना कि वो मरेंगे, कैसा मरना होए। जेकर मनो न विसरे, ता सैला मरना होए। सूरा सो पहचानिए, सूरा सो पहचानिए, सूरा सो सूरा सो पहचानिए, सूरा सो पहचानिए, सूरा सो पहचानिए, सूरा सो पहचानिए। जो लरे दीन के हित, जो लरे दीन के हित, जो पुरजा पुरजा कट मरे, पुरजा पुरजा कट मरे, पुरजा कहूँ न छाड़े खेत, सूरा सो पहचानिए। जो लरे दीन के हित, सूरा सो पहचानिए। पहचानिए। सतगुरु गुरु गरीब निवास, चौर छत्र तखत दे मालिक, धन धन साहिब श्री गुरु ग्रंथ ਸਾਹਿਬ महाराज सच्चे पातशाह जी की पावन गुरबोध विच स्टॉकटन दीयां समूचियां सिख संगतां दे वल्लों रल मिल के जो भी भाई भाई बाल बच्चे बच्चियां बुजुर्ग गुरमुख जन सालाना शहीदी समागम आपां मना रहे हैं। सो आओ कुछ कहण ते सुनन तो पहलों गुरु साहिब जी की बख्शिश भरी ओ फतेह कि तलवारां ते बंदूकां दी छां भी सी ते बाबा जोरावर सिंह ते बाबा फतेह सिंह जी ने उदों बड़ी गज के फतेह बुलाई सी। वाहिगुरू जी का खालसा, वाहिगुरू जी की फतेह। आगे आवत सिंह जो पावे, वाहिगुरू जी की फतेह बुलावे। आपो अपनी मना दे विच मैं भी विच ही हां, मैं बोल रहा तां वखरा लग रहा भी जिन्हां जिन्हां दा खास करके अमृत छकिया ये कंडीशन उन्हां ते पहला लागू हुंदी है भी जिन्हां ने गुरु साहब दे ककार पंजे अपने तन दे उत्ते धारण कीते ने, कदी उन्हें इस गल नूं अपने मन विच जाणिया कि पहला फतेह मैं बुलाउणी है। जे तां वो कहंदा पहला मैं बुलाउणी है दा मतलब उन्हें पहला गुरु की खुशी लै लैनी है। ते जे ऐदा होवे कि फतेह पहला मैनू ये बुलावे ते ये समझ लो कि बंदा हंकारी है। जदों एक वारी फतेह बुलाउणी है ते 4 वारी वाहिगुरू दा सिमरन दा जाप हो जाता है। 4 वारी उस फतेह की बख्शिश सदका आपां अज बाबा फतेह सिंह जी ते बाबा जोरावर सिंह ते लखते जिगर वड्डे साहिबजादे बाबा अजीत सिंह ते जुझार सिंह, माता गुजर कौर, किन्नियां दियां कुर्बानियां, मोती मेहरा, दीवान टोडर मल कौन सी कित्थों दा सी,
ਤੇ ਸਮੇਂ ਦੇ ਦਾਇਰੇ ਵਿੱਚ ਰਹਿੰਦਿਆਂ ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਆਓ ਗੁਰੂ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਸਹੀ ਮਾਇਨਿਆਂ ਵਿੱਚ ਇਤਿਹਾਸ ਬਣਿਆ ਹੀ ਉਹਨਾਂ ਦਾ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ। ਤੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੇ ਬਹਿ ਕੇ ਕਹਿੰਦੇ ਸੁਰਗ ਦੇ ਅਰਥ ਹੁੰਦੇ ਨੇ ਖੁਸ਼ੀਆਂ। ਸੁਰਗ ਬਾਛ ਨਾ ਬਾਛੀਐ ਡਰੀਐ ਨਾ ਨਰਕ ਨਿਵਾਸ। ਭਗਤ ਜੀ ਕਹਿੰਦੇ ਜਿਹੜਾ ਰੱਬ ਦਾ ਪਿਆਰਾ, ਜਿਹੜਾ ਕੋਈ ਸੰਤ ਮਹਾਂਪੁਰਸ਼ ਸਰੀਰ ਕੱਪੜੇ ਬਿਲਕੁਲ ਨਹੀਂ, ਇੱਕ ਅਵਸਥਾ ਦਾ ਨਾਮ ਹੈ। ਕੋਈ ਟਰੱਕ ਚਲਾਉਣ ਵਾਲਾ ਵੀ ਸੰਤ ਹੋ ਸਕਦਾ ਹੈ, ਕੋਈ ਮੇਰੀ ਭੈਣ, ਬੀਬੀ, ਬੱਚੀ, ਬਜ਼ੁਰਗ, ਮਾਂ, ਕੋਈ ਵੀ ਸੰਤ ਹੋ ਸਕਦਾ ਹੈ, ਕਿਉਂਕਿ ਸੰਤ ਨਾ ਹੀ ਅਵਸਥਾ ਦਾ ਹੈ। ਸਵਰਗ ਬਾਛ ਨਾ ਬਾਛੀਐ ਡਰੀਐ ਨਾ ਨਰਕ ਨਿਵਾਸ। ਕਹਿੰਦੇ ਜਿਹਦੀ ਅਵਸਥਾ ਬਣ ਜਾਂਦੀ ਹੈ ਉਹ ਇਹ ਨਹੀਂ ਇੱਛਾ ਰੱਖਦਾ ਕਿ ਮੈਂ ਸਵਰਗਾਂ ਵਿੱਚ ਜਾਵਾਂ। ਉਹ ਨਾਮ ਇਸ ਕਰਕੇ ਨਹੀਂ ਜਪਦਾ ਕਿ ਮੈਂ ਸਿੱਧਾ ਸਵਰਗਾਂ ਵਿੱਚ ਜਾਵਾਂ, ਤੇ ਉਹ ਇੱਛਾ ਇਹ ਵੀ ਨਹੀਂ ਰੱਖਦਾ ਕਿ ਮੈਂ ਨਾਮ ਤਾਂ ਜਪਦਾ ਕਿਤੇ ਨਰਕਾਂ 'ਚ ਨਾ ਚਲਿਆ ਜਾਵਾਂ। ਸੁਰਗ ਬਾਛ ਨਾ ਬਾਛੀਐ ਡਰੀਐ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ। ਜਿਹੜਾ ਮੇਰੇ ਨਾਲ ਹੋਣਾ ਜਾਂ ਤੁਹਾਡੇ ਨਾਲ ਹੋਣਾ, ਉਸ ਹੋਣੀ ਨੂੰ ਤੇ ਉਸ ਹੋਣੇ ਨੂੰ ਕੋਈ ਟਾਲ ਸਕਦਾ? ਭਾਵੇਂ ਘਰੇ ਬੈਠੇ ਡਰਦੇ ਰਹੋ, ਜੋ ਮਰਜ਼ੀ ਇੰਤਜ਼ਾਮ ਕਰ ਲਓ, ਪਰ ਕਹਿੰਦੇ ਉਹ ਟਲਣਾ ਨਹੀਂ, ਉਹ ਹੋਣਾ ਹੀ ਹੋਣਾ ਹੈ। ਇਸ ਗੁਰਬਾਣੀ ਦੇ ਬੋਲਾਂ ਨੂੰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਚਾਰੋਂ ਸਾਹਿਬਜ਼ਾਦਿਆਂ ਨੇ ਇਸ ਬਾਣੀ ਨੂੰ ਪੜ੍ਹਿਆ ਤੇ ਇਹਨੂੰ ਪੜ੍ਹਿਆ ਵੀ, ਸੁਣਿਆ ਵੀ, ਮਨ ਵਿੱਚ ਵਸਾਇਆ ਤੇ ਭਰੋਸਾ ਕੀਤਾ। ਇਸੇ ਲਈ ਤੇ ਤਰ੍ਹਾਂ ਤਰ੍ਹਾਂ ਦੇ ਲਾਲਚ ਤੇ ਲੋਭ ਦਿੱਤੇ ਗਏ, ਪਰ ਇਹ ਲੋਭ ਤੇ ਲਾਲਚ ਉਹਨਾਂ ਨੂੰ ਡੁਲਾ ਨਹੀਂ ਸਕੇ। ਭਗਤ ਜੀ ਕਹਿੰਦੇ ਸੁਰਗ ਬਾਛ ਨਾ ਬਾਛੀਐ ਡਰੀਐ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ ਮਨੈ ਨਾ ਕੀਜੈ ਆਸ। ਕਹਿੰਦੇ ਮਨ ਦੇ ਵਿੱਚ ਇਹ ਬਿਲਕੁਲ ਨਾ ਸੋਚ ਕਿ ਮੇਰੇ ਨਾਲ ਇਹ ਹੋਣਾ ਤੇ ਮੇਰੇ ਨਾਲ ਇਹ ਨਹੀਂ ਹੋਣਾ। ਤੋ ਸ਼ਬਦ ਪੜ੍ਹ ਰਹੇ ਸਨ, ਆਪਾਂ ਦੇਖ ਰਹੇ ਹਾਂ ਬੱਚੇ ਰਲ ਮਿਲ ਕੇ। ਉਹ ਜਿਹੜੀ ਕਵਿਤਾ ਸੀ ਨਾ, ਤੇ ਉਹਦੇ ਜਦੋਂ ਤੁਸੀਂ ਕਵਿਤਾ ਦੇ ਅਰਥਾਂ ਦੇ ਵੱਲ ਜਾਂਦੇ ਹੋ, ਉਹਦੇ ਮੀਨਿੰਗ ਦੇ ਵੱਲ, ਕਿ ਉਹ ਕੀ ਸੀ? ਵਾਟਾਂ ਲੰਮੀਆਂ, ਵਾਟਾਂ ਕਹਿੰਦੇ ਨੇ ਰਸਤੇ ਨੂੰ, ਇੱਥੋਂ ਦੇ ਨਿਆਣਿਆਂ ਨੂੰ ਘੱਟ ਪਤਾ। ਵਾਟਾਂ ਭਾਵ ਬਹੁਤ ਲੰਮਾ ਰਸਤਾ, ਕਿੱਥੋਂ? ਅਨੰਦਪੁਰ ਸਾਹਿਬ ਤੋਂ ਚੱਲੇ ਨੇ ਤੇ ਅੱਗੇ ਪਤਾ ਵੀ ਕੋਈ ਨਹੀਂ ਜਾਣਾ ਕਿੱਥੇ ਹੈ। ਆਪਾਂ ਜਦੋਂ ਗੱਡੀ 'ਚ ਬਹਿੰਦੇ ਆ ਤੇ ਆਪਾਂ ਸਾਰਾ ਐਡਰੈਸ ਉਹਦੇ ਵਿੱਚ ਪਾ ਲੈਂਦੇ ਆ ਫੋਨ ਵਿੱਚ, ਪਤਾ ਵੀ ਹੁੰਦਾ ਹੈ ਇੰਨਾ ਉਮੀਦ ਹੈ, ਇੰਨੇ ਟਾਈਮ ਤੇ ਪਹੁੰਚਣਾ ਤੇ ਇੰਨੇ ਟਾਈਮ ਨੂੰ ਵਾਪਸ ਆ ਜਾਣਾ ਹੈ। ਪਰ ਰਸਤਾ ਬਹੁਤ ਲੰਮਾ, ਜਾਣਾ ਕਿੱਥੇ ਹੈ, ਮੰਜ਼ਿਲ ਕਿਹੜੀ ਹੈ, ਅਜੇ ਪਤਾ ਨਹੀਂ। ਕੱਲਾ ਰਸਤਾ ਹੀ ਨਹੀਂ ਲੰਮਾ, ਭਾਵ ਰਸਤਾ ਵੀ ਹੈ ਪਹਾੜਾਂ ਦਾ। ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਜਾਓ, ਕਿੰਨੇ ਉੱਚੇ ਉੱਚੇ ਪਹਾੜ ਅੱਜ ਵੀ ਨੇ, ਤੇ ਜਦੋਂ ਆਪਾਂ ਚੜ੍ਹਦੇ ਹਾਂ ਤੇ ਪੌੜੀਆਂ ਬਹਿ ਬਹਿ ਕੇ ਚੜ੍ਹਦੇ ਹਾਂ, 5-5 ਮਿੰਟ ਰੁਕ ਕੇ। ਪਰ ਆਪਣੇ ਤੇ ਵਸਤਰ, ਲੀੜੇ, ਕੱਪੜੇ ਵੀ ਦਾਤੇ ਦੀ ਕਿਰਪਾ ਦੇ ਨਾਲ ਪਾਏ ਨੇ। ਇੱਕ ਰਸਤਾ ਬਹੁਤ ਲੰਬਾ ਹੈ। ਜਦੋਂ ਭੈਣ ਜੀ ਕਵਿਤਾ ਪੜ੍ਹਦੇ ਸਨ, ਉਹ ਇਤਿਹਾਸ ਮੇਰੇ ਅੰਦਰ ਚੱਲ ਰਿਹਾ ਸੀ। ਜਦੋਂ ਤੁਸੀਂ ਕਿਸੇ ਗੱਲ ਨੂੰ ਸੁਣੋਗੇ, ਮਹਿਸੂਸ ਕਰੋਗੇ ਨਾ, ਤੇ ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੇ ਮਨ ਦੇ ਵਿੱਚ ਵਿਚਾਰ ਤਾਂ ਹੀ ਚੱਲਣੀ ਹੈ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ। ਕਹਿੰਦੇ ਰਸਤਾ ਬਹੁਤ ਲੰਬਾ ਹੈ, ਕੱਲਾ ਰਸਤਾ ਹੀ ਨਹੀਂ ਲੰਬਾ, ਰਸਤੇ ਦੀ ਚੜ੍ਹਾਈ ਬਹੁਤ ਉੱਚੀ ਹੈ। ਕੱਲੀ ਚੜ੍ਹਾਈ ਨਹੀਂ ਉੱਚੀ, ਦੁਸ਼ਮਣ ਪਿੱਛੋਂ ਵੀ ਆ ਰਿਹਾ ਤੇ ਦੁਸ਼ਮਣ ਅੱਗੇ ਵੀ ਹੈ। ਜਗ੍ਹਾ ਜਗ੍ਹਾ ਕੰਡੇ ਵਿਛੇ ਹੋਏ ਨੇ ਤੇ ਉੱਪਰੋਂ ਅੱਧ ਦਰਜੇ ਦੀ ਠੰਡ ਹੈ, ਪੋਹ ਦਾ ਮਹੀਨਾ ਹੈ, ਬਾਰਿਸ਼ ਹੋ ਰਹੀ ਹੈ। ਇਹ ਨਹੀਂ ਕੋਈ ਉੱਤੇ ਛਤਰੀ ਹੋਵੇਗੀ, ਬਾਰਿਸ਼ ਦੇ ਨਾਲ ਕੱਪੜੇ ਵੀ ਐਨ ਲੱਥ-ਪੱਥ ਹੋਏ ਪਏ ਨੇ ਤੇ ਕਹਿਰ ਦੀ ਸੀਤ ਲਹਿਰ ਚੱਲ ਰਹੀ ਹੈ। ਪਰ ਜਿਹੜੇ ਤੁਰੇ ਜਾ ਰਹੇ ਨੇ ਉਹ ਹਨ ਕੌਣ? ਕਹਿੰਦੇ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਫਰਜ਼ੰਦ। ਆਓ ਮੈਂ ਇਤਿਹਾਸ ਨੂੰ ਕੋਸ਼ਿਸ਼ ਕਰਾਂਗਾ ਵਾਚਣ ਦੀ, ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਲੋੜ ਕਿਉਂ ਪਈ। ਭਾਵੇਂ ਤੁਸੀਂ ਸਭ ਕੁਝ ਜਾਣਦੇ ਹੋ। ਇੱਕ ਸੱਜਣ ਕਹਿੰਦਾ ਹਰ ਸਾਲ ਹੀ ਤੁਸੀਂ ਇਤਿਹਾਸ ਸੁਣਾਉਂਦੇ ਹੋ, ਕੋਈ ਨਵਾਂ ਸੁਣਾਓ। ਤੇ ਮੈਨੂੰ ਆਖਿਆ ਕਿ ਤੂੰ ਦੇ ਕੁਰਬਾਨੀ, ਅਸੀਂ ਨਵਾਂ ਸੁਣਾ ਦੇਵਾਂਗੇ। ਵੀ ਤੂੰ ਕਰ ਕੁਝ ਤਾਂ ਹੀ ਨਵਾਂ ਸੁਣਾਵਾਂਗੇ ਨਾ।
ਆਪ ਕੁਝ ਕਰਨਾ ਨਹੀਂ ਪਰ ਨਵਾਂ ਸੁਣਾਓ। ਦਰਅਸਲ ਇਤਿਹਾਸ ਤਾਂ ਪੁਰਾਣਾ ਹੈ ਹੀ ਨਹੀਂ, ਕਿਉਂਕਿ ਸੱਚ ਤਾਂ ਪੁਰਾਣਾ ਹੁੰਦਾ ਹੀ ਨਹੀਂ। ਸੱਚ ਪੁਰਾਣਾ ਨਾ ਥੀਐ, ਨਾਮ ਨਾ ਮੈਲਾ ਹੋਏ। ਸੱਚ ਕਦੀ ਵੀ ਪੁਰਾਣਾ ਨਹੀਂ ਹੁੰਦਾ। ਮੈਂ ਨਾਲੋਂ ਨਾਲ ਲੜੀ ਜੋੜ ਰਿਹਾ, ਗਾਉਣ ਵਜਾਉਣ ਦੁਨੀਆ ਦੇ ਲੋਕ ਕਰਦੇ ਨੇ। ਆ ਗਾਣੇ ਕੋਏ ਜੇ ਆਉਂਦੇ ਆ 5-7 ਦਿਨ ਟਪੂਸੀਆਂ ਮਾਰ ਕੇ ਤੋਂ ਬਾਅਦ ਕੋਈ ਨਹੀਂ ਪੁੱਛਦਾ। ਪਰ ਗੁਰੂ ਦਾ ਇਤਿਹਾਸ ਸਾਹਿਬਜ਼ਾਦਿਆਂ ਦਾ ਹਰ ਸਾਲ ਸੁਣਾਓ, ਸੁਣੋ। ਕੋਈ ਇੱਕ ਦਾ ਨਾਸਤਕ ਹੋਵੇਗਾ ਜਿਹੜਾ ਕਵੇ ਵੀ ਇਹ ਹਰ ਸਾਲ ਸੁਣਾਉਂਦੇ ਹੋ, ਨਹੀਂ ਤੇ ਹਰ ਇੱਕ ਦੀਆਂ ਅੱਖਾਂ ਨਾ ਹੋ ਜਾਂਦੀਆਂ ਨੇ, ਹਰ ਇੱਕ ਦੀਆਂ। ਜਿਸ ਸਮੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ 9.5 ਸਾਲ ਦੀ ਉਮਰ ਹੈ ਤੇ ਔਰੰਗਜ਼ੇਬ ਨੇ ਦੇਖਿਆ ਕਿ ਕਸ਼ਮੀਰ ਦੀ ਧਰਤੀ ਉਹਨੇ ਚੁਣੀ, ਕਿਉਂਕਿ ਕਸ਼ਮੀਰ ਦੀ ਧਰਤੀ ਦੇ ਜਿਹੜੇ ਪੰਡਤ ਨੇ ਉਹ ਬੜੇ ਦਾਰਸ਼ਨਿਕ ਨੇ, ਉੱਚੀ ਸੁੱਚੀ ਸੋਚ ਦੇ ਮਾਲਕ ਨੇ। ਨਹੀਂ ਤੇ ਹਿੰਦੁਸਤਾਨ ਦੇ ਵਿੱਚ ਹਿੰਦੂ ਭਰਾ ਵੀਰ ਪੰਡਤ ਹੋਰ ਵੀ ਸਨ। ਔਰੰਗਜ਼ੇਬ ਨੇ ਦੇਖਿਆ ਇਹਨਾਂ ਲੋਕਾਂ ਦੀ ਗੱਲ ਛੱਡੋ, ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਈਏ, ਇਹ ਬਣ ਗਏ ਤੇ ਹਿੰਦੁਸਤਾਨ ਆਪਣੇ ਆਪ ਬਣੇਗਾ। ਜਦੋਂ ਉਹਨਾਂ ਨੂੰ ਲਿਖ ਕੇ ਭੇਜ ਦਿੱਤਾ ਗਿਆ ਕਿ ਤੁਸੀਂ ਮੁਸਲਮਾਨ ਹੋਣਾ ਕਬੂਲ ਪ੍ਰਵਾਨ ਕਰ ਲਓ ਤੇ ਜੇ ਨਹੀਂ ਕਰਨਾ ਫਿਰ ਮੌਤ ਕਬੂਲ ਕਰੋ। ਇਤਿਹਾਸ ਕਹਿੰਦੇ ਉਹਨਾਂ ਕਸ਼ਮੀਰੀ ਪੰਡਤਾਂ ਨੇ ਹਰ ਇੱਕ ਦੇਵੀ ਦੇਵਤੇ ਨੂੰ ਧਿਆਇਆ ਪਰ ਉਹਨਾਂ ਦੀ ਬਾਹ ਨਹੀਂ ਕਿਸੇ ਨੇ ਪਕੜੀ। ਉਸ ਸਮੇਂ ਉਹਨਾਂ ਨੂੰ ਇਲਾਮ ਹੋਇਆ, ਸੋਝੀ ਹੋਈ ਤੇ ਉਹਨਾਂ ਦੇ ਦੇਵਤਿਆਂ ਵੱਲੋਂ ਸਮਝਣ ਵਾਸਤੇ ਕਿ ਅਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਸਤਿਗੁਰੂ ਜੀ ਕਹਿੰਦੇ ਇਸ ਦੇਹੀ ਕੋ ਸਿਮਰੈ ਬੋ ਦੇਵ ਸੋ ਦੇਹੀ ਭਜ ਹਰਿ ਕੀ ਸੇਵ। ਇਸ ਮਨੁੱਖਾ ਜਨਮ ਨੂੰ ਤਾਂ ਦੇਵੀ ਦੇਵਤੇ ਵੀ ਲੋਚਦੇ ਨੇ। ਤੇ ਦੂਜਾ ਸਵਾਲ ਹੈ ਕਿ ਦੇਵੀ ਦੇਵਤਿਆਂ ਦੀਆਂ ਤਾਂ ਆਰਤੀਆਂ ਅੱਗੇ ਬੜੀਆਂ ਉਤਾਰੀਆਂ ਜਾ ਰਹੀਆਂ ਨੇ ਤੇ ਉਹਨਾਂ ਨੇ ਮਨੁੱਖਾ ਜਨਮ ਤੋਂ ਕੀ ਲੈਣਾ ਹੈ। ਦਰਅਸਲ ਮਨੁੱਖਾ ਜਨਮ ਦੇ ਵਿੱਚ ਹੀ ਤੁਸੀਂ ਆਪਣਾ ਤੇ ਕਿਸੇ ਦਾ ਕੁਝ ਸਵਾ ਸਕਦੇ ਹੋ। ਦੇਵੀ ਦੇਵਤੇ ਕਹਿੰਦੇ ਨੇ ਸਾਡੀ ਪੂਜਾ ਹੋ ਰਹੀ ਹੈ ਪਰ ਸਾਡੇ ਕੋਲ ਮਨੁੱਖਾ ਜਨਮ ਨਹੀਂ, ਇਸ ਲਈ ਉਹ ਵੀ ਮਨੁੱਖਾ ਜਨਮ ਨੂੰ ਲੋਚਦੇ ਨੇ। ਖੈਰ ਕਹਿੰਦੇ ਉਹਨਾਂ ਨੂੰ ਆਖਿਆ ਜੇ ਤੁਹਾਡੀ ਕੋਈ ਬਾਹ ਪਕੜ ਸਕਦਾ ਹੈ ਤੇ ਉਹ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਜਿਹੜੇ ਆਪ ਬਾਣੀ ਵਿੱਚ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਸੁਣ ਲੋ ਸੰਤ ਦੀ ਪਰਿਭਾਸ਼ਾ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਤੁਸੀਂ ਵੀ ਇਹੀ ਅਰਥ ਕਰੋਗੇ, ਜਿਹੜਾ ਨਾ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਹੈ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਿਸੇ ਦੂਜੇ ਦਾ ਭੈ ਮੰਨਦਾ ਵੀ ਨਹੀਂ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮਨਾ ਸੁਣ ਲਾ, ਗਿਆਨੀ ਉਹ ਹੁੰਦਾ ਹੈ। ਕੋਈ ਗਿਆਨੀ ਕਿਉਂ ਨਹੀਂ ਵੀ ਮੇਰੇ ਵਰਗਾ 5 ਫੁੱਟੀ ਕਿਰਪਾਨ ਜਾਂ ਮੈਂ ਕਹਿੰਦੇ ਕਹਿ ਲਓ ਭੀੜੀ ਪਜਾਮੀ ਪਾ ਕੇ ਤੇ ਮੈਂ ਕਹਾਂ ਜੀ ਮੈਂ ਹੁਣ ਗਿਆਨੀ ਹਾਂ। ਕਿਵੇਂ ਕਰਿਓ? ਗੁਰੂ ਦਾ ਲਿਬਾਸ, ਗੁਰੂ ਦਾ ਪਹਿਰਾਵਾ ਹੈ, ਗੁਰੂ ਦਾ ਬਾਣਾ ਸਤਿਕਾਰਯੋਗ ਹੈ। ਪਰ ਜੇ ਕੋਈ ਬ੍ਰਹਮ ਗਿਆਨੀ ਹੋਣ ਦਾ ਢਕਵਾਂਜ ਕਰੇ ਉਹ ਗੁਰੂ ਤੇਗ ਬਹਾਦਰ ਜੀ ਦੇ ਬੋਲਾਂ ਤੇ ਖਰਾ ਨਹੀਂ ਉਤਰਦਾ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਣਰੇ ਮਨਾ ਗਿਆਨੀ ਤਾਹੇ ਬਖਾਨ। ਕਹਿੰਦੇ ਉਸ ਸਮੇਂ ਕਸ਼ਮੀਰੀ ਪੰਡਤ ਆਗੂ ਕਿਰਪਾ ਰਾਮ ਇਤਿਹਾਸ ਤੁਸੀਂ ਜਾਣਦੇ ਹੋ। ਗੁਰੂ ਕਾ ਦਰਬਾਰ ਸਜੇ ਆ ਕੇ ਉਹਨਾਂ ਨੇ ਹਾਲ ਪਹਾਰਾ ਕੀਤੀ, ਚਰਨਾਂ ਤੇ ਨਤਮਸਤਕ ਹੋਏ। ਇਤਿਹਾਸ ਕਹਿੰਦੇ ਬਾਲਾ ਪ੍ਰੀਤਮ ਵੀ ਆਉਂਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਖਾਮੋਸ਼ ਨੇ, ਸ਼ਾਂਤ ਨੇ ਤੇ ਜਿਹੜੇ ਕਸ਼ਮੀਰੀ ਪੰਡਤ ਨੇ ਉਹ ਵੀ ਖਾਮੋਸ਼ ਸ਼ਾਂਤ ਨੇ। ਉਹਨਾਂ ਦੇ ਨੇਤਰਾਂ ਵਿੱਚ ਵਿਰਾਗ ਹੈ, ਉਹਨਾਂ ਦੇ ਮਨ ਦੇ ਵਿੱਚ ਰੋਣਾ ਹੈ, ਉਹਨਾਂ ਦੇ ਮਨ ਵਿੱਚ ਡਰ ਹੈ। ਪਰ ਸਤਿਗੁਰਾਂ ਦੀ ਸ਼ਾਂਤੀ ਤੇ ਚੁੱਪ ਉਹਦੇ ਵਿੱਚ ਕੁਝ ਨਾ ਕੁਝ ਛੁਪਿਆ ਹੋਇਆ ਹੈ। ਬਾਲਾ ਪ੍ਰੀਤਮ ਕਹਿੰਦੇ ਪਿਤਾ ਜੀ ਇਹ ਇੰਨੇ ਰੋ ਕਿਉਂ ਰਹੇ ਨੇ? ਤੋ ਸਤਿਗੁਰਾਂ ਨੇ ਦੱਸਿਆ ਇਹ ਦੁਖੀ ਨੇ ਤੇ ਇਹਨਾਂ ਦੇ ਜਨੇਊ ਉਤਾਰੇ ਜਾ ਰਹੇ ਨੇ, ਇਹ ਅਨੰਦਪੁਰ ਸਾਹਿਬ ਕਿਉਂ ਛੱਡਣਾ ਪਿਆ? ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹਨਾਂ ਤੇ ਜ਼ੁਲਮ ਹੋ ਰਹੇ ਨੇ, ਜ਼ੁਲਮ ਦੀ ਅੰਤਿਆ ਹੋ ਰਹੀ ਹੈ ਤੇ ਇਹਦਾ ਬਚਾਅ ਹੋ ਸਕਦਾ ਹੈ। ਬਾਲਾ ਪ੍ਰੀਤਮ ਜੀ ਕਹਿੰਦੇ ਤਾਂ ਉਸ ਨੇ ਗੁਰਦੇਵ ਕਹਿਣ ਲੱਗੇ ਹਾਂ ਇੱਕ ਹੈ। ਕਹਿੰਦੇ ਜੇ ਕੋਈ ਸੰਤ ਮਹਾਂਪੁਰਸ਼ ਆਪਣੇ ਸੀਸ ਦਾ ਬਲੀਦਾਨ ਦੇਵੇ ਤੇ ਇਹਨਾਂ ਦਾ ਧਰਮ ਬਚ ਸਕਦਾ ਹੈ। ਇਹਨਾਂ ਦਾ ਧਰਮ ਜੇ ਕੋਈ ਕੁਰਬਾਨੀ ਕਰੇ, ਵੈਸੇ ਖਿਮਾ ਕਰਿਓ ਬਲੀਦਾਨ ਲਫ਼ਜ਼ ਹੈ ਜਿਹੜਾ
ਇਹ ਸਿੱਖ ਧਰਮ ਦੇ ਵਿੱਚ ਨਹੀਂ ਕੁਰਬਾਨੀ ਲਫ਼ਜ਼ ਹੈ, ਕਿਉਂਕਿ ਬਲੀਆਂ ਹਮੇਸ਼ਾ ਪਸ਼ੂ ਪਕਸ਼ੀ ਜਾਨਵਰਾਂ ਦੀਆਂ ਦਿੱਤੀਆਂ ਜਾਂਦੀਆਂ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੇ ਕੋਈ ਕੁਰਬਾਨੀ ਕਰੇ ਤਾਂ ਸਤਿਗੁਰੂ ਜੀ ਬਾਲਾ ਪ੍ਰੀਤ ਨੂੰ ਕਹਿੰਦੇ ਤੁਹਾਡੇ ਨਾਲੋਂ ਵੱਡਾ ਸੰਤ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ। ਇਹ ਗੱਲ ਬੜੀ ਪਤੇ ਦੀ ਹੈ ਕਿ 9.5 ਸਾਲ ਦੀ ਉਮਰ ਦੇ ਵਿੱਚ ਬਾਲਾ ਪ੍ਰੀਤਮ ਗੋਬਿੰਦ ਰਾਏ ਦੀ ਇਸ ਗੱਲ ਤੋਂ ਸਿੱਖਿਆ ਇਹ ਮਿਲਦੀ ਹੈ ਕਿ ਉਹਨਾਂ ਨੂੰ ਆਪਣੇ ਪਿਤਾ ਗੁਰੂ ਦੇ ਉੱਪਰ ਭਰੋਸਾ ਕਿੰਨਾ ਹੈ ਕਿ ਤੁਹਾਡੇ ਨਾਲੋਂ ਵੱਡਾ ਹੋਰ ਕੋਈ ਨਹੀਂ। ਬਾਣੀ ਦਾ ਫੈਸਲਾ ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ, ਜਿਵੇਂ ਇੱਕ ਮਾਸੂਮ ਬੱਚਾ ਆਪਣੇ ਮਾਤਾ ਪਿਤਾ ਦੇ ਉੱਪਰ ਮਾਣ ਕਰਦਾ ਹੈ, ਭਰੋਸਾ ਹੁੰਦਾ ਹੈ। ਖੈਰ ਇਤਿਹਾਸ ਕਹਿੰਦਾ ਹੈ ਕਿ ਸਤਿਗੁਰਾਂ ਨੇ ਫਿਰ ਆਖਿਆ ਕਿ ਤੁਹਾਡੇ ਨਾਲੋਂ ਵੱਡਾ ਕੋਈ ਨਹੀਂ। ਕਸ਼ਮੀਰੀ ਜਿਹੜੇ ਪੰਡਤ ਨੇ ਆਗਿਆ ਮੰਨੀ ਜਾ ਕੇ ਫੈਸਲਾ ਦੱਸ ਦਿੱਤਾ। ਬਸ ਉਸ ਦਿਨ ਤੋਂ ਔਰੰਗਜ਼ੇਬ ਨੇ ਇਹ ਠਾਣ ਲਈ ਕਿ ਉਹ ਸੋਚਦਾ ਹੈ ਸ਼ਾਇਦ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣ ਜਾਂਦੇ ਨੇ ਤਾਂ ਫਿਰ ਇਹਨਾਂ ਹਿੰਦੂਆਂ ਨਾਲ ਜ਼ਬਰਦਸਤੀ ਕਰਨ ਦੀ ਲੋੜ ਨਹੀਂ, ਇਹਨਾਂ ਆਪਣੇ ਆਪ ਹੀ ਕਬੂਲ ਕਰ ਲਿਆ। तो समा अपनी चाले तुरदा 11 नवंबर 1600 तकरीबन 75 में, जी मैं नहीं भूलता, जो इतिहास दियां तरीका ने गुरु पिता जी दिल्ली जाते ने ते उन्हां दी शहादत होंदी है। उन्हां दी शहादत तो बाद कुछ समा बतीत हुंदा है ते बाला प्रीतम गोबिंद राय सतगुरु जी अपने दीवान नंद चंद नूं कहंदे ने कि नगारा बढ़ाओ। नगारे की तैयारी हो गई ते उहदा नाम रखिया रणजीत नगारा। ते इधरों जिहड़े उस समय उत्थे कुछ इंज कहो रहिंदे गुरु कोल सन, पर गुरु दे कोल रह के भी उन्हां नूं गुरु दे उपर पूर्ण रूप दे उपर भरोसा नहीं सी। जिवें कई दफा मंनदे आपां गुरु ग्रंथ साहिब नूं आ, पाठ अखंड पाठ साहिब सब कुछ कराउण तो बाद भी जिन्ना चिर जोत सी ते जिन्ना चिर कुंडलियां ना बन जाण ते हकीकत है साडा विआह ही नहीं पूरा होंदा। इसे तरह वो रहिंदे गुरु दे कोल सन, पर गुरु ते भरोसा नहीं सी, डर राजियां दा सी मन विच। कहते माता जी नूं आख्या, माता जी ये नगारा बना रहे ने, जे बन गया ते बजू जरूर, ते जे ने बजूगा ते गजूगा भी। ते भीम चंद कहंदे फिर इन्हें आले दुआले 22 घर दे हिंदू राजे ने पहाड़ी। हुण एक बन्ने खुदा परस्त है ते एक बन्ने बुत परस्ती लोक ने। ते खुदा परस्त हम धन गुरु गोबिंद सिंह महाराज जी, ते बुत परस्ती लोग ये ने। ते बुतां दी पूजा करन वालियां तो खुदा परस्त नूं दसो डर की हो सकदा है। ते जदों माता जी ने भी आख्या, शिकायतां करदे रहे, अखीर सतगुरु जी कहते माता जी प्रथम काहूं सोनी बैर हंकारी को कहू ना खैर। नगारा बना रहे हैं। दरअसल नगारा बनाउण दा कारण ये सी क्योंकि औरंगे ने ये ऐलानिया आख्या सी कि कोई नगारा बना नहीं सकता ते मेरी आज्ञा तो बिना मेरे राज में कोई बजा नहीं सकता, कोई कलगी नहीं ला सकता, कोई घोड़सवारी नहीं कर सकता, कोई झटका नहीं कर सकता। ये सारियां चीजां दे उपर पाबंदियां लाइयां गईयां। मेरे सतगुरु जी कहते असीं सारा कुछ ही करांगे, क्योंकि फिर ही पता लगेगा ना खालसा कौन है। भाव जी का सीधा लिंक ही अकाल पुरख वाहिगुरु दे नाल है। ओनू कहंदे ने खालसा जिहड़ा किसी दी परवाह नहीं करदा। ते रोज बाणी में तुसीं पढ़दे हो, जब लग खालसा रहे न्यारा, इतिहासक बोल लिखवा करनी, जब लग खालसा रहे न्यारा तब लग तेज दियो में सारा। न्यारे तो भाव है रहना दुनिया विच ही है, किसी तो नफरत नहीं करनी भी ये इस धर्म दा ये उस धर्म दा, रहना दुनिया दे विच ही है, पर अपनी सुरत ते सोच नूं उन्हां दे विच नहीं मिक्स करना। जे वो वहम भरम करदे ने ते तुसीं नहीं करने। हुण वहम भरमां तो किसी नूं हटा के वेखो, रोज पढ़दे भी हैं जब लग खालसा रहे न्यारा, ते नारियल तो बिना साडा अखंड पाठ नहीं पूरा हुंदा। ये हकीकत है। जब लग खालसा रहे न्यारा तब लग तेज दियो में सारा। जब ये कहें विप्रन की रीत मैं ना करूं इनकी प्रतीत। कहते जे मेरा खालसा विप्रवादी सोच ते रीत नूं अपना लवेगा, भावें बाहर खालसा बनया फिरे, पर कलगीधर दशमेश पिता जी कहते मेरा इन्हां दे नाल कोई लिंक नहीं, इन्हां ते मैनूं कोई भरोसा नहीं है। तो सतगुरु सच्चे पातशाह ने नगारा बना लिया। जदों नगारा बजिया ते भीम चंद राजे का दिल दहल गया। भीम चंद राजा है
हरिचंद हटूरिया है, फतेह शाह राजा है, ये सारे राजे पर आगू है भीमचंद। इन्हें एक दो बारी अपना क्रोध भी भेजिया। राजे रतन राय के वलों दित्तियां वस्तुआं प्रसादी हाथी भेंट कीता सी। राजे रतन राय ने पंचकला शास्त्र भेंट कीता, होर बहुत कुछ इन्हें वस्तुआं दित्तियां। पर कहने पद्मा पुरोहित आया ते वेख के सब कुछ भीमचंद दे कोल गया। भीमचंद राजे नूं कहंदा, राजन एवें वड्डियां वड्डियां फड़ा ना मारो कि मैं राजा हां। कहंदे ਜਿਹੜੀਆਂ वस्तुआं आनंदपुर वाले गुरु दे कोल ने ਉਹ ਵਸਤੂਆਂ ਤੇਰੇ ਕੋਲ ਤਾਂ ਕੀ ਤੂੰ ਤਾਂ ਕਦੇ ਸੁਪਨੇ 'ਚ ਵੀ ਨਹੀਂ ਦੇਖੀਆਂ। ਹੁਣ ਇੱਕ ਰਾਜੇ ਦੇ ਲਈ ਬਹੁਤ ਵੱਡੀ ਨਮੋਸ਼ੀ ਸੀ, ਕਿਉਂਕਿ ਉਹ ਲੋਕ ਗੁਰੂ ਸਾਹਿਬਾਨਾਂ ਨੂੰ ਇੱਕ ਆਮ ਸਾਧ ਜਾਂ ਇੱਕ ਆਮ ਗੁਰੂ ਸਮਝਦੇ ਨੇ। ਪਰ ਜਦੋਂ ਇਸ ਗੱਲ ਦਾ ਪਤਾ ਲੱਗਿਆ, ਇਤਿਹਾਸ ਕਹਿੰਦੇ ਵੀ ਉਹਨੇ ਮਿਲਣ ਦੀ ਗੱਲ ਕੀਤੀ, ਮੈਂ ਗੁਰੂ ਨੂੰ ਮਿਲਣਾ, ਕਿ ਵੇਖ ਤਾਂ ਆਵਾਂ ਵੀ ਚੀਜ਼ਾਂ ਕਿੱਦਾਂ ਦੀਆਂ ਨੇ। ਜਿੱਥੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਗੱਲ ਹੋਈ, कहते भीमचंद राजे ने चिट्ठी लिखी, मैं तुहाडे दर्शन करने ने। सतगुरु जी कहते गुरु का घर खुला जी आया नूं। कहते राजा पहुंचया, गुरु साहब ने अदब सत्कार किया, आओ भगत कीती। जिस तरह संगत आ रही है उसी तरह उन्होंने संगत दे विचों जो कुछ बनया उन्होंने छकाया। सतगुरु दे दिल की गल जानते हैं। आपां रोज पढ़ते हैं, चौबे साहब का पाठ 25-25 भी करते हैं, 5-5 भी करते हैं। करो बाणी जिन्नी भी पढ़ होंदी है, कोई बनाई नहीं। पर आ पंक्तियां साडी सुरत टच क्यों नहीं करती कि घट घट के अंतर की जानत, भले बुरे की पीर पछानत। जिस दिन ये पंक्तियां सुरत नूं टच कर गईयां, उस दिन जोत सी पांदे नूं ही पुछोगे साडा बनूगा की। ये अजे टच ही नहीं कीतियां। सतगुरु जी घट घट के अंतर की जानत आ गया भीमचंद राजा। सतगुरु जानते हैं कि मन विच की है। जिन मन होर मुख होर से कांडे कच्चिया। पातशाह ने प्रसादी हाथी है इशारा कीता ते सतगुरां दे वास्ते गड़बा ना सुंड विच इदां चक के सतगुरां दे कोले रख दिता जल वाला। देखो जदों आपां गुरु की गल करदे हां ना, उदों असीं कई दफा बड़ा शक करदे हां भी प्रसादी हाथी जो गुरु साहब के चरण किवें धुआ सकदा है, प्रसादी हाथी मारे हुए तीर चुक के वापस किवें लिया सकदा है, एक हाथी जानवर चौर किवें कर सकदा है। पर तुसीं जदों सर्कसां देखदे हो 50-50 डॉलर ला के, या इंडिया का कह लो 200-200, उस सर्कसां दे विच जानवर की कुछ करदे ने, उदों ही आपां कदी कहंदे भी किदां हो सकदा है। पर समर्थ गुरु ने सतगुरु सच्चे पातशाह जदों ये सब कुछ कहते देखिया ना उन्हें भीमचंद राजे ने, तो वाकई कहता पवे तो की गल वाकई ठीक है कि मैं तो ये चीज़ां सुपने विच भी नहीं देखियां। ते ओदे तो बह नहीं होया, अंदर इन्नी ते ईर्खा जैसी होई, उठ के तुर पिया। ते जांदे ही कहते पवे क्रोध नूं कहंदा, पविया इउं कर भी गुरु साहब नूं बेनती कर भी मेरे बच्चे की शादी है। क्योंकि पहला समियां दे विच जदों लड़के लड़की की शादी हुंदी सी, आपां पिंडां विचों आए आ, तां जो विआह शादी हुंदा मंजियां दे उपर सूट आदि सारियां चीज़ां रख दित्तियां जांदियां सी। वेखण वास्ते सारे पिंड दे लोग आउंदे, आ सूट एदा, नानी दा, भूआ दा, एदा सब कुछ केवल मैं दस्सण लई बेनती कर रहा। ऐदां ही राजे ने आख्या कि चीज़ां गुरु साहब तो आपां विआह शादी दा बहाना ला के एक बारी मंगा लेने आ, ऊं देनियां नहीं ते जदों आ गईयां ते आपां वापस नहीं करनियां। हंकार है धन दौलत दा। सतगुरु सच्चे पातशाह दे कोल फिर भेजिया ते सतगुरु नूं जाके कहंदा जी ये वस्तुआं चाहीदियां ने। पातशाह कहंदे नहीं, इहदे विचों कुछ नहीं मिलना। कहंदा जी राजा कहंदा भी जे नहीं दिओगे तां जंग करके ले लांगे। सतगुरु सच्चे पातशाह कहंदे राजे नूं कहंदे तूं जंग ही कर ला। सतगुरु जानते ने जे इहनूं चीज़ां दे दित्तियां इन्हें नहीं मोड़नियां ते जंग तां भी होनी है, ते जे चीज़ां ना दित्तियां ते जंग तां भी होनी है। दोवां पासे जंग ही होनी है। इसलिए इस संगत दीयां चीज़ां ने राजा रतन राय बड़ा श्रद्धालु सिख सी, जिहदा जन्म गुरु तेग बहादुर साहब जी दे बचना करके होया सी। तां उस वे कहंदे भीमचंद राजा ईर्खा द्वेष दे विच आके सारे 22 घर दे राजियां नूं
ਇਕੱਠਿਆਂ ਕੀਤਾ ਤੇ ਫਿਰ ਪਹਿਲੀ ਜੰਗ ਹੋਈ ਸੀ ਪੌਂਟਾ ਭਗਾਣੀ ਵਿਖੇ। ਪੌਂਟਾ ਭਗਾਣੀ ਵਿਖੇ ਜੰਗ ਹੋਈ ਤੇ ਪੀਰ ਬੁੱਧੂ ਸ਼ਾਹ ਜਿਨੇ ਆਪਣੇ 700 ਮੁਰੀਦ ਤੇ ਆਪਣੇ ਪੁੱਤਰ ਵੀ ਉਸ ਜੰਗ ਦੇ ਵਿੱਚ ਸ਼ਹੀਦ ਕਰਾਏ। ਤੇ ਜਦੋਂ ਉਸ ਜੰਗ ਦੀ ਸਮਾਪਤੀ ਹੋਈ ਤੇ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਸੀ। ਜਦੋਂ ਕੰਨਾਂ ਦੇ ਵਿੱਚ ਖਬਰ ਪਈ, ਮਾਮਾ ਕਿਰਪਾਲ ਚੰਦ ਜੀ ਕਹਿੰਦੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ। ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਬਾਬਾ ਅਜੀਤ ਸਿੰਘ ਦਾ ਜਨਮ ਹੁੰਦਾ ਹੈ ਤੇ ਮਾਤਾ ਜੀਤਾ ਜੀ ਉਹਨਾਂ ਦੀ ਕੁੱਖ ਤੋਂ 3 ਸਾਹਿਬਜ਼ਾਦਿਆਂ ਦਾ ਜਨਮ ਹੁੰਦਾ ਹੈ। ਇੱਕ ਮਾਤਾ ਦੇ 3 ਸਾਹਿਬਜ਼ਾਦੇ ਨੇ, ਇੱਕ ਮਾਤਾ ਦਾ ਇੱਕ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ। ਤੇ ਜਦੋਂ ਇਹਨਾਂ ਦਾ ਜਨਮ ਹੋਇਆ ਨਾ ਤਾਂ ਸਤਿਗੁਰਾਂ ਨੇ ਉਸ ਸਮੇਂ ਆਖਿਆ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਭਾਵ ਇਹ ਜਿਹੜੀ ਜਿੱਤ ਹੋਈ ਹੈ ਅਕਾਲ ਪੁਰਖ ਦੀ ਕਿਰਪਾ ਨਾਲ ਹੋਈ ਹੈ। ਫਿਰ ਕਹਿੰਦੇ ਸਾਹਿਬਜ਼ਾਦੇ ਦਾ ਨਾਮ ਵੀ ਅਜੀਤ ਸਿੰਘ ਹੀ ਰੱਖਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪੀਰ ਬੁੱਧੂ ਸ਼ਾਹ ਪ੍ਰਸੰਗ ਬੜਾ ਲੰਬਾ ਹੈ। ਕਹਿੰਦੇ ਜਦੋਂ ਜੰਗ ਦੀ ਸਮਾਪਤੀ ਹੋਈ ਨਾ, ਪੌਂਟਾ ਭਗਾਣੀ ਵਿਖੇ ਸ਼ਾਮ ਦਾ ਵਕਤ ਹੈ, ਇਹ ਉੱਥੋਂ ਦੀ ਘਟਨਾ ਹੈ। ਸ਼ਾਮ ਦਾ ਵਕਤ ਸੂਰਜ ਰਹਿ ਰਾਜ ਸਾਹਿਬ ਜੀ ਪਾਵਨ ਬਾਣੀ ਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਬੰਨੇ ਪਾਠ ਕਰਦੇ ਨੇ। ਤੇ ਸੁਖਵਿੰਦਰ ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ ਹੈ ਸਹਿਜੇ ਰਚਿਓ ਖਾਲਸਾ ਬੁੱਕ ਵਿੱਚ, ਕਹਿੰਦੇ ਕਲਗੀਧਰ ਦਸ਼ਮੇਸ਼ ਪਿਤਾ ਇੱਕ ਬੰਨੇ ਤੇ ਇੱਕ ਬੰਨੇ ਪੀਰ ਬੁੱਧੂ ਸ਼ਾਹ। ਗਲ ਦੇ ਵਿੱਚ ਪੱਲੂ ਪਾ ਕੇ ਵਿਰਾਗ ਦੇ ਨਾਲ ਖਲੋਤਾ, ਪਛਤਾਵਾ ਉਹਨੂੰ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਾਠ ਕਰਨ ਤੋਂ ਬਾਅਦ ਪੀਰ ਬੁੱਧੂ ਸ਼ਾਹ ਨੂੰ ਕਹਿੰਦੇ, ਪੀਰ ਜੀ ਅਸੀਂ ਤੁਹਾਡੀ ਕੁਰਬਾਨੀ ਤੋਂ, ਤੁਹਾਡੇ ਜਜ਼ਬੇ ਤੋਂ, ਤੁਹਾਡੀ ਮੁਹੱਬਤ ਪ੍ਰੇਮ ਤੋਂ ਅਸੀਂ ਬਹੁਤ ਖੁਸ਼ ਹਾਂ। ਤੁਹਾਡੇ ਤੋਂ ਵਾਰੇ ਬਲਿਹਾਰੇ ਜਾਂਦੇ ਹਾਂ ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀ ਵੱਡੀ ਕੁਰਬਾਨੀ ਕੀਤੀ, ਆਪਣੇ ਪੁੱਤਰ ਤੇ ਭਰਾ ਵੀ ਸ਼ਹੀਦ ਕਰਾ ਲਏ। ਤੁਸੀਂ ਦੱਸੋ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ। ਹੱਥ ਜੋੜ ਕੇ ਪੀਰ ਬੁੱਧੂ ਸ਼ਾਹ ਕਹਿੰਦਾ, ਮੇਰੇ ਦਾਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਕੁਝ ਨਹੀਂ ਚਾਹੀਦਾ। ਇਤਿਹਾਸ ਕਹਿੰਦਾ ਗੁਰੂ ਪਾਤਸ਼ਾਹ ਜੀ ਕਹਿਣਗੇ ਫਿਰ ਵੀ ਕੁਝ ਮੰਗੋ। ਵੇਖੋ ਜਿੱਥੇ ਪਿਆਰ ਹੁੰਦਾ ਹੈ ਉੱਥੇ ਬੰਦਾ ਕੁਝ ਦੇ ਕੇ ਖੁਸ਼ ਹੁੰਦਾ, ਤੇ ਜਿੱਥੇ ਲੋਭ ਹੁੰਦਾ ਹੈ ਉੱਥੇ ਬੰਦਾ ਖੋ ਕੇ ਖੁਸ਼ ਹੁੰਦਾ। ਜਿੱਥੇ ਪਿਆਰ ਹੋਵੇ ਤੇ ਉਹ ਦੇਣਾ ਹੀ ਚਾਹੁੰਦਾ, ਉਹ ਕੁਰਬਾਨ ਹੀ ਕਰਨਾ ਚਾਹੁੰਦਾ, ਖੋਣਾ ਨਹੀਂ ਚਾਹੁੰਦਾ। ਉਸੇ ਪ੍ਰੇਮ ਦੀ ਗੱਲ ਸਤਿਗੁਰੂ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤਿਗੁਰੂ ਜੀ ਪ੍ਰੇਮ ਤੇ ਵਿਰਾਗ ਦੀ ਵੀ ਮੂਰਤ ਨੇ। ਸਤਿਗੁਰਾਂ ਨੇ ਆਪਣੇ ਕਮਰ ਕਸੇ ਵਿੱਚੋਂ ਇੱਕ ਕਟਾਰ ਕੱਢੀ, ਪੀਰ ਬੁੱਧੂ ਸ਼ਾਹ ਨੂੰ ਉਹ ਦਿੱਤੀ। ਜਿਹੜਾ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸਨ, ਕੇਸਾਂ ਸਮੇਤ ਕੰਘਾ ਦੇ ਦਿੱਤਾ। ਛੋਟੀ ਦਸਤਾਰ ਜਿਹੜੀ ਕੇਸਕੀ ਸੀ, ਗੁਰੂ ਸਾਹਿਬ ਨੇ ਇਹ 3 ਚੀਜ਼ਾਂ ਦਿੱਤੀਆਂ। ਤੇ ਪੀਰ ਬੁੱਧੂ ਸ਼ਾਹ ਜਦੋਂ ਘਰ ਪਹੁੰਚਦਾ ਹੈ ਤੇ ਘਰ ਵਾਲੀ ਜਿਹੜੀ ਪਤਨੀ ਉਹਦੀ ਬੇਗਮ ਹੈ, ਉਹ ਕਹਿਣ ਲੱਗੀ, ਆਪਣੇ ਪੁੱਤਰ ਤੇ ਭਰਾ ਤੇ ਮੁਰੀਦ ਸ਼ਹੀਦ ਕਰਾ ਕੇ ਆ ਗਏ ਹੋ, ਗੁਰੂ ਨੇ ਕੀ ਦਿੱਤਾ? ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੱਸੋ। ਕਹਿੰਦੇ ਪੀਰ ਬੁੱਧੂ ਸ਼ਾਹ ਨੇ ਜਦੋਂ ਉਹ ਵਸਤੂਆਂ ਚੀਜ਼ਾਂ ਅੱਗੇ ਕੀਤੀਆਂ ਤੇ ਇਤਿਹਾਸ ਨੇ ਤਾਂ ਇਹ ਵੀ ਲਿਖਿਆ ਕਿ ਉਹਦੀ ਘਰ ਵਾਲੀ ਸੀ ਨਾ ਜਿਹੜੀ ਬੇਗਮ, ਉਹਨੇ ਵੀ ਜਦੋਂ ਗੁਰੂ ਦੇ ਦਰਸ਼ਨ ਕੀਤੇ ਤੇ ਉਹਦੇ ਮਨ ਵਿੱਚੋਂ ਪੁੱਤਰਾਂ ਦਾ ਮੋਹ ਖਤਮ ਹੋ ਗਿਆ। ਤੇ ਜਿਹੜੇ ਆਲੇ ਦੁਆਲੇ ਸਿੱਖ ਖਲੋਤੇ ਸਨ ਉਹਨਾਂ ਦੇ ਵਿੱਚੋਂ ਹੀ ਪੀਰ ਬੁੱਧੂ ਸ਼ਾਹ ਤੇ ਉਹਦੀ ਘਰ ਵਾਲੀ ਨੇ ਆਪਣੇ ਪੁੱਤਰਾਂ ਦੇ ਦਰਸ਼ਨ ਕੀਤੇ, ਆਪਣੇ ਪੁੱਤਰਾਂ ਦੇ। ਕਿਉਂਕਿ ਸਤਿਗੁਰਾਂ ਨੇ ਬਾਣੀ ਦੇ ਵਿੱਚ ਕਿੰਨੀਆਂ ਉਦਾਹਰਨਾਂ ਦਿੱਤੀਆਂ, ਕਿੰਨੇ ਪ੍ਰਮਾਣ ਨੇ। ਕਹਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾਫੀ ਸਮੇਂ ਬਾਅਦ, ਕਿਉਂਕਿ ਪੌਂਟਾ ਭਗਾਣੀ ਉਹ ਮਹਾਨ ਧਰਤੀ ਹੈ ਜਿੱਥੇ ਗੁਰੂ ਸਾਹਿਬ ਜੀ ਬੇਅੰਤ ਰਚਨਾਵਾਂ ਦਾ ਜ਼ਿਕਰ ਕੀਤਾ, ਜਿੱਥੇ ਜਮਨਾ ਦੇ ਕਿਨਾਰੇ ਮੇਰੇ ਗੁਰੂ ਸਾਹਿਬ ਜੀ ਕਵੀ ਦਰਬਾਰ ਕਰਾਉਂਦੇ ਰਹੇ। ਉਸੇ ਜਮਨਾ ਦੇ ਕਿਨਾਰੇ ਮੇਰੇ ਸਤਿਗੁਰਾਂ ਨੇ ਅਕਾਲ ਉਸਤਤ ਦੇ ਵਿੱਚ ਖਿਆਲ ਪਾਤਸ਼ਾਹੀ 10ਵੀਂ ਸ਼ਬਦ ਹਜ਼ਾਰੇ ਰੇਮਨ ਐਸੋ ਕਰ ਸੰਿਆਸਾ ਬੰਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਏ ਉਦਾਸਾ। ਸਤਿਗੁਰਾਂ ਨੇ ਉਹ ਮਹਾਨ ਬਾਣੀ ਉਚਾਰਨ ਕੀਤੀ। ਪਾਤਸ਼ਾਹ ਜੀ ਫਿਰ ਆ ਗਏ ਨੇ ਇਧਰ ਅਨੰਦਪੁਰ ਸਾਹਿਬ ਦੀ ਧਰਤੀ ਤੇ। ਫਿਰ ਭੀਮ ਚੰਦ ਰਾਜੇ ਵਰਗੇ ਦਿਨ ਰਾਤ ਵਿਉਂਤਾਂ ਗੁੰਦਦੇ ਰਹੇ। ਇਤਿਹਾਸ ਕਹਿੰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਮਾਲਕ ਲਗਭਗ ਜਿਹੜੇ 6 ਕਿਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੱਸੇ ਜਾਂਦੇ ਨੇ। ਜਿਹੜੇ 5 ਕਿਲੇ ਸਨ ਉਹਨਾਂ ਦੇ ਉੱਪਰ ਇਹ ਮੁਗਲ ਆਪੋ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਰਹੇ।
ਪਰ ਆਨੰਦ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਆਨੰਦਗੜ੍ਹ ਦਾ ਕਿਲਾ ਆਪਾਂ ਕਹਿੰਦੇ ਕਿਲਾ ਛੱਡਿਆ। ਸਵਾਲ ਬੜਾ ਵੱਡਾ ਹੈ। ਉਹਨਾਂ 6 ਕਿਲਿਆਂ ਦੇ ਵਿੱਚੋਂ ਆਨੰਦਗੜ੍ਹ ਦਾ ਕਿਲਾ ਸੀ ਜਿੱਥੇ ਸਤਿਗੁਰੂ ਜੀ 7-8 ਮਹੀਨੇ ਲਗਾਤਾਰ, ਫਿਰ ਇਹ 22 ਧਾਰ ਦੇ ਰਾਜੇ ਮੁਗਲ ਹਕੂਮਤ ਔਰੰਗਜ਼ੇਬ ਦੇ ਨਾਲ ਰਲ ਮਿਲ ਕੇ ਫਿਰ ਇਹਨਾਂ ਨੇ ਵਿਉਂਤਬੰਦੀ ਬਣਾਈ। ਕਿਲੇ ਦੀ ਚਾਰੇ ਪਾਸਿਆਂ ਤੋਂ ਨਾਕਾਬੰਦੀ ਕਰ ਦਿੱਤੀ ਗਈ, ਘੇਰ ਲਿਆ ਗਿਆ। ਕਿਉਂ? ਕਿਉਂਕਿ ਅੱਜ ਵੀ ਤੁਸੀਂ ਦੇਖੋ, ਜੇ ਕਿਸੇ ਨੂੰ ਸਜ਼ਾ ਦੇਣੀ ਹੋਵੇ ਨਾ ਤਾਂ ਅਗਲਾ ਕਹਿੰਦਾ ਇਹਨਾਂ ਨੂੰ ਭੁੱਖੇ ਰੱਖੋ, ਕੋਈ ਰਾਸ਼ਨ ਪਾਣੀ ਬਾਹਰ ਅੰਦਰ ਨਹੀਂ ਜਾਂਦਾ। ਇਤਿਹਾਸ ਜਦੋਂ ਪੜ੍ਹਦੇ ਆ ਕਹਿੰਦੇ ਇੰਨਾ ਲੰਮਾ ਬੰਦ, ਪਰ ਕਹਿੰਦੇ ਜਿਹੜੇ ਗੁਰੂ ਦੇ ਸਿੰਘ ਸਨ ਉਹ ਫਿਰ ਜਦੋਂ ਕਿਲੇ ਦੇ ਵਿੱਚੋਂ 4 ਜਾਣੇ ਨਿਕਲਦੇ, 2 ਜਾਣੇ ਰਾਖੀ ਕਰਦੇ, 2 ਜਾਣੇ ਜਲ ਭਰ ਕੇ ਪਾਣੀ ਭਰ ਕੇ ਲਿਆਉਂਦੇ, ਤੇ ਜੋ 2 ਜਾਣੇ ਸ਼ਹੀਦ ਹੋ ਜਾਂਦੇ ਤੇ 2 ਜਾਣੇ ਆ ਕੇ ਏਦਾਂ ਸਿੱਖਾਂ ਨੇ ਆਪਣੇ ਗੁਰਸਿੱਖਾਂ ਤੇ ਗੁਰੂਆਂ ਦੀਆਂ ਸੇਵਾਵਾਂ ਕੀਤੀਆਂ। ਬੜਾ ਲੰਮਾ ਬੰਦ ਹੋ ਗਿਆ। ਫਿਰ ਅਖੀਰ ਕਹਿੰਦੇ ਇਹਨਾਂ ਨੇ ਆਖਿਆ ਸਤਿਗੁਰੂ ਜੀ ਤੁਸੀਂ ਕਿਲਾ ਛੱਡੋ। ਵੇਖੋ ਤੁਸੀਂ ਆਪੋ ਆਪਣੇ ਖਿਆਲਾਂ ਦੇ ਪ੍ਰਤੀ ਸੁਤੰਤਰ ਹੋ, ਪਰ ਜਦੋਂ ਆਪਾਂ ਵਿਦਾਵੇ ਦੀ ਗੱਲ ਕਰਦੇ ਹਾਂ ਨਾ, ਪ੍ਰਚਲਿਤ ਗੱਲ ਵੀ ਵਿਦਾਵਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਿਖਿਆ, ਪਰ ਜਦੋਂ ਕਸਵੱਟੀ ਗੁਰਮਤਿ ਦੀ ਲਾਓਗੇ ਤਾਂ ਇਉਂ ਲੱਗਦਾ ਹੈ ਕਿਉਂਕਿ ਵਿਦਾਵਾ ਤਾਂ ਉਦੋਂ ਨਹੀਂ ਲਿਖਿਆ ਜਦੋਂ ਭਾਈ ਮਨੀ ਸਿੰਘ ਦਾ ਬੰਦ ਕੱਟਿਆ ਗਿਆ, ਵਿਦਾਵਾ ਉਹਨਾਂ ਤਾਂ ਨਹੀਂ ਲਿਖਿਆ। ਖੋਪਰੀ ਉਤਾਰ ਦਿੱਤੀ ਗਈ, ਵਿਦਾਵਾ ਤਾਂ ਨਹੀਂ ਲਿਖਿਆ। ਪੁੱਠੀਆਂ ਖੱਲਾਂ ਉਤਰਾ ਦਿੱਤੀਆਂ ਗਈਆਂ, ਵਿਦਾਵਾ ਤਾਂ ਨਹੀਂ ਲਿਖਿਆ। ਤੇ ਕੀ ਸਿੰਘ ਇੰਨੇ ਕਮਜ਼ੋਰ ਨੇ ਕਿ ਉਹਨਾਂ ਨੂੰ ਰੋਟੀ ਲੰਗਰ ਭੋਜਨ ਨਹੀਂ ਮਿਲਿਆ ਤੇ ਦੁਖੀ ਹੋ ਕੇ ਇਹ ਕਹਿ ਦਿੱਤਾ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਇਹਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸਮਝੋ। ਮੈਨੂੰ ਇਉਂ ਲੱਗਦਾ ਹੈ ਸੋਹਣ ਸਿੰਘ ਸੀਤਲ ਬੜਾ ਵਿਦਵਾਨ ਹੋਇਆ, ਪਰ ਉਹਨਾਂ ਨੇ ਬੜੀ ਇਸ ਗੱਲ ਨੂੰ ਲਿਖਿਆ ਹੈ। ਉਹ ਕਹਿੰਦੇ ਇਉਂ ਲੱਗਦਾ ਹੈ ਸੋਚੀ ਸਮਝੀ ਚਾਲ ਦੇ ਦੁਆਰਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਸਿੰਘਾਂ ਤੋਂ ਵਿਦਾਵਾ ਲਿਖਾ ਕੇ ਇਤਿਹਾਸਕਾਰਾਂ ਨੇ ਜਿਹੜੇ ਗੁਰੂ ਕੇ ਲਾਲ 8 ਮਹੀਨੇ ਭੁੱਖੇ ਰਹੇ, ਕਹਿੰਦੇ ਉਹਨਾਂ ਨੂੰ ਕਮਜ਼ੋਰ ਹੋਣ ਦੀ ਇੱਕ ਪਦਵੀ ਦਿੱਤੀ ਗਈ। ਜੋ ਕਮਜ਼ੋਰ ਸੀ ਉਹਨਾਂ ਤਾਂ ਵਿਦਾਵਾ ਲਿਖਤਾ। ਦਰਅਸਲ ਵਿਦਾਵਾ ਮੁਕਤਸਰ ਦੇ ਲਾਗੇ ਰਾਮੇਆਣੇ ਪਿੰਡ ਲਿਖਿਆ ਸੀ। ਖੈਰ ਜੀ ਆਪਾਂ ਅਰਜ਼ ਕਰਦੇ ਹਾਂ, ਕਹਿੰਦੇ ਉਸ ਨੇ 22 ਧਾਰ ਦੇ ਜਿਹੜੇ ਰਾਜੇ ਸਨ ਉਹਨਾਂ ਨੇ ਵਿਉਂਤਬੰਦੀ 7-8 ਮਹੀਨਿਆਂ ਦਾ ਘੇਰਾ, ਇੰਨੀ ਲੰਮੀ ਭੁੱਖ, ਇੰਨੀ ਲੰਮੀ ਥਕਾਵਟ, ਆਪਣੇ ਮਨ ਵਿੱਚ ਹੱਥ ਮਾਰੋ 7-8 ਮਹੀਨੇ ਰੋਟੀ 7 ਮਿੰਟ ਵੀ ਲੇਟ ਹੋ ਜੇ ਨਾ, 7 ਮਿੰਟ ਬਹੁਤ ਦੂਰ ਹੈ ਤੇ ਘਰ ਵਿੱਚ ਮਹਾਭਾਰਤ ਬਣ ਜਾਂਦੀ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਖੀਰ ਸਿੱਖ ਬਾਰ-ਬਾਰ ਕਹਿੰਦੇ ਨੇ, ਪਾਤਸ਼ਾਹ ਜੀ ਜੇ ਇਹ ਬਾਰ-ਬਾਰ ਕੁਰਾਨ ਦੀਆਂ ਕਸਮਾਂ ਖਾਂਦੇ ਨੇ, ਆਟੇ ਦੀ ਗਊ ਬਣਾ ਕੇ ਇਹ ਕਸਮਾਂ ਖਾ ਰਹੇ ਨੇ, ਚਲੋ ਇਹਨਾਂ ਤੇ ਭਰੋਸਾ ਕਰ ਲਓ, ਕਿਲਾ ਛੱਡ ਦਈਏ। ਪਾਤਸ਼ਾਹ ਜੀ ਕਹਿਣ ਲੱਗੇ ਨਹੀਂ, ਇਹਨਾਂ ਤੇ ਭਰੋਸਾ ਨਾ ਕਰੋ। ਕਿਉਂ? ਕਿਉਂਕਿ ਪੂਰਾ ਗੁਰੂ ਹੈ, ਉਹ ਭਲੇ ਤੇ ਬੁਰੇ ਨੂੰ ਜਾਣਦਾ ਹੈ। ਅਖੀਰ ਸਤਿਗੁਰੂ ਕਹਿੰਦੇ ਫਿਰ ਪ੍ਰੈਕਟੀਕਲ ਕਰ ਲਓ, ਭਾਵ ਸਾਖਿਅਤ ਰੂਪ ਵਿੱਚ ਦੇਖ ਲਓ। ਸਤਿਗੁਰਾਂ ਨੇ ਘੋੜਿਆਂ ਤੇ ਖੱਚਰਾਂ ਦੇ ਉੱਪਰ ਕੁਝ ਮਾਲ ਲੱਦਿਆ, ਜਿਹਦੇ ਵਿੱਚ ਟੁੱਟੇ ਛੱਤਰ ਆਦਿ ਜੋ ਕੁਝ ਵੀ ਸੀ ਫਾਲਤੂ ਸਮਾਨ, ਉਹ ਖੱਚਰਾਂ ਦੇ ਉੱਪਰ ਲੱਦ ਕੇ 2 ਸਿੰਘ ਮਸਾਲਾ ਦੇ ਕੇ ਅੱਗੇ ਤੋਰ ਦਿੱਤੇ। ਪਾਤਸ਼ਾਹ ਜੀ ਵਿਖਾਉਣਾ ਚਾਹੁੰਦੇ ਨੇ, ਕਹਿਣ ਲੱਗੇ ਸਿੰਘੋ ਆਨੰਦਗੜ੍ਹ ਦੇ ਕਿਲੇ ਦੇ ਉੱਪਰ, ਕਹਿਣ ਲੱਗੇ ਵੇਖੋ ਤੁਸੀਂ ਹੁਣ ਬਣਦਾ ਕੀ ਹੈ। ਕਹਿੰਦੇ ਜਦੋਂ ਉਹ ਆਨੰਦਗੜ੍ਹ ਦਾ ਕਿਲਾ ਥੋੜੀ ਜੀ ਦੂਰ ਗਏ ਨੇ ਤੇ 22 ਧਾਰ ਦੇ ਰਾਜਿਆਂ ਨੇ ਇੱਕਦਮ ਹਮਲਾ ਕਰ ਦਿੱਤਾ ਮੁਗਲਾਂ ਨੇ। ਪਰ ਜਿਹੜੇ ਸਿੰਘ ਕੁਝ ਸਨ ਉਹ ਭਾਵੇਂ ਜੂਝੇ, ਕੁਝ ਸ਼ਹੀਦ ਹੋ ਗਏ, ਪਰ ਕਹਿੰਦੇ ਉਹਨਾਂ ਖੱਚਰਾਂ ਨੂੰ ਉਹ ਆਪਣੇ ਤੰਬੂਆਂ ਦੇ ਵੱਲ ਲੈ ਗਏ। ਸੋਚਿਆ ਵੀ ਇਹਦੇ ਵਿੱਚ ਗੁਰੂ ਕੋਲ ਬੜਾ ਸਾਜੋ ਸਮਾਨ ਹੋਵੇਗਾ, ਧਨ ਸੰਪਤੀ, ਤੇ ਜਦੋਂ ਜਾ ਕੇ ਦੇਖਿਆ ਤੇ ਉਹਨਾਂ ਦੇ ਪੱਲੇ ਹਾਰ ਪਈ। ਬੜੇ ਨਮੋਸ਼ੀ ਹੋਏ ਵੀ ਹੈ ਅਸੀਂ ਤੇ ਮੋਹਰਾਂ ਸਮਝੀਆਂ ਸੀ। ਉਸ ਤੋਂ ਬਾਅਦ ਕਹਿੰਦੇ ਕੁਝ ਮਹੀਨੇ ਹੋਰ ਲੰਘਦੇ ਨੇ, ਇਹ ਸਾਰਾ ਬੰਦ 7-8 ਮਹੀਨਿਆਂ ਦੇ ਵਿੱਚ ਹੁੰਦਾ ਹੈ। ਫਿਰ ਅਖੀਰ ਚਿੱਠੀ ਲਿਖਦੇ, ਸਤਿਗੁਰੂ ਸਾਡੇ ਤੋਂ ਜਾਣੇ ਅਣਜਾਣੇ ਗਲਤੀ ਹੋ ਗਈ ਹੈ, ਹੁਣ ਅਸੀਂ ਕਸਮਾਂ ਖਾਂਦੇ ਹਾਂ ਕਿ ਕਿਲਾ ਛੱਡ ਦਿਓ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਇਤਿਹਾਸ ਕਹਿੰਦਾ 6 ਪੋਹ ਸੀ, ਰਾਤ ਦਾ ਸਮਾਂ ਸੀ, 1704 ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਖੀਰ ਗੁਰਸਿੱਖਾਂ ਨੇ ਆਖਿਆ, ਪਰ ਪਾਤਸ਼ਾਹ ਨੇ ਵਿਖਾ ਦਿੱਤਾ ਸੀ ਵੀ ਹੋਣਾ ਏਦਾਂ ਹੀ ਹੈ ਜਿਹੜਾ ਤੁਸੀਂ ਪਹਿਲਾਂ ਵੇਖ ਚੁੱਕੇ ਹੋ।
ਆਨੰਦਗੜ੍ਹ ਦਾ ਕਿਲਾ ਛੱਡਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ 8-9 ਕਿਲੋਮੀਟਰ ਹੈ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਲਾਗੇ ਸਾਸਾ ਵਹਿੰਦੀ ਹੈ। ਇੱਥੋਂ ਤੱਕ 22 ਧਾਰ ਦੇ ਰਾਜਿਆਂ ਨੇ ਕੋਈ ਹਮਲਾ ਨਹੀਂ ਕੀਤਾ। ਉਹਦਾ ਕਾਰਨ ਇਹ ਸੀ ਵੀ ਜੇ ਕਿਲਾ ਛੱਡਦੇ ਹੀ ਹਮਲਾ ਕਰਾਂਗੇ ਤਾਂ ਵਾਪਸ ਕਿਲੇ ਵਿੱਚ ਜਾ ਸਕਦੇ ਨਹੀਂ। ਇਹਨਾਂ ਨੂੰ ਐਨ ਵਿਚਾਲੇ ਇਧਰੋਂ ਸਰਸਾ ਜਿਹੜੀ ਹੈ, ਇਧਰੋਂ ਕੀਰਤਪੁਰ ਸਾਹਿਬ ਪਿੱਛੇ ਪੈਂਦਾ ਹੈ, ਖਿਮਾ ਕਰਨੀ ਆਨੰਦਪੁਰ ਸਾਹਿਬ ਪਿੱਛੇ, ਕਿਸੇ ਬੰਨੇ ਨਹੀਂ ਜਾਣਗੇ। ਵਿਚਾਲੇ ਇਹਨਾਂ ਨੂੰ ਘੇਰ ਕੇ ਇਹਨਾਂ ਨੂੰ ਖਤਮ ਕਰ ਦਿਆਂਗੇ। ਦਰਅਸਲ ਮੁਗਲਾਂ ਦੀ 22 ਧਾਰ ਦੇ ਰਾਜਿਆਂ ਦੀ ਜਿਹੜੀ ਲੜਾਈ ਹੈ ਨਾ, ਉਹ ਗੁਰੂ ਦੇ ਨਾਲ ਕੋਈ ਰਾਜਸੀ ਲੜਾਈ ਨਹੀਂ ਹੈ ਵੀ ਇਹ ਜਾਂ ਰਾਜੇ ਬਣ ਜਾਣਗੇ ਜਾਂ ਇਹ ਕੋਈ ਸਾਡੇ ਉੱਪਰ ਰਾਜ ਕਰਨਗੇ। ਇਸ ਕਰਕੇ ਗੁਰੂ ਨੂੰ ਤੰਗ ਨਹੀਂ ਕਰਦੇ। ਦਰਅਸਲ ਜਿਹੜੀ ਲੜਾਈ ਸੀ ਨਾ, ਉਹ ਲੜਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸ਼ੁਰੂ ਹੋ ਚੁੱਕੀ ਸੀ। ਕਿਉਂਕਿ ਜਦੋਂ ਗੁਰੂ ਬਾਬਾ ਜੀ ਨੇ ਇਹ ਗੱਲ ਦਾਅਵੇ ਨਾਲ ਕਹਿ ਦਿੱਤੀ ਸੀ ਉਸ ਪੰਡਤ ਨੂੰ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਿਉ ਜੀ ਕਾ ਹਈ ਤਾਂ ਪਾਂਡੇ ਘੱਤ। ਜੇ ਤਾਂ ਦਇਆ ਦੀ ਕਪਾਹ ਹੈਗੀ, ਦਇਆ ਕਪਾਹ ਸੰਤੋਖ ਸੂਤ, ਸੰਤੋਖ ਦਾ ਸੂਤ ਹੈਗਾ, ਜੇ ਤਾਂ ਇਦਾਂ ਦਾ ਹੈਗਾ ਜਤਾਂ ਦੀਆਂ ਜਤ ਕਹਿੰਦੇ ਨੇ ਸੰਜਮ ਨੂੰ, ਉੱਚੇ ਆਚਰਨ ਕਰੈਕਟਰ ਨੂੰ, ਜੇ ਤਾਂ ਇਦਾਂ ਦਾ ਜਨੇਊ ਹੈਗਾ ਪਾ ਦੇ। ਤੇ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇ ਨਹੀਂ ਤੇ ਫਿਰ ਤੂੰ ਤੁਰਦਾ ਲੱਗ। ਦਰਅਸਲ ਜਿਹੜੀ ਲੜਾਈ ਸੀ ਉਹ ਸੀ ਸਿਧਾਂਤਾਂ ਦੀ। ਗੁਰੂ ਨਾਨਕ ਦਾ ਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਉਸ ਸਮੇਂ ਲੋਕ ਸਨ, ਜਿਹੜੇ ਡਿੱਗੇ ਸਨ, ਜਿਹੜੇ ਦੱਬੇ ਕੁਚਲੇ, ਜਿਹੜੇ ਗੁਲਾਮ ਸਨ, ਉਹਨਾਂ ਲੋਕਾਂ ਦੀ ਸੋਚ ਨੂੰ ਮੇਰੇ ਬਾਜਾਂ ਵਾਲੇ ਸਤਿਗੁਰੂ ਜੀ ਉੱਚੀਆਂ ਚੁੱਕ ਰਹੇ ਸਨ। ਉਹ ਦੱਸ ਰਹੇ ਸਨ ਕਿ ਤੁਸੀਂ ਗੁਲਾਮ ਹੋ ਤੇ ਗੁਲਾਮਾਂ ਦੇ ਨਹੀਂ ਹੁੰਦੇ ਤੀਰਥ ਮੱਕੇ, ਗੁਲਾਮਾਂ ਨੂੰ ਪੈਂਦੇ ਦਾਦਾ ਤੋਂ ਧੱਕੇ। ਇਸ ਵਾਸਤੇ ਉਹਨਾਂ ਨੂੰ ਉੱਚੀਆਂ ਚੁੱਕ ਰਹੇ ਸਨ। ਤੇ ਹੁਣ ਜਿਨ੍ਹਾਂ ਨੂੰ ਤੁਸੀਂ ਵੇਖ ਹੀ ਰਹੇ ਹੋ, ਜਿੱਦਾਂ ਵੀਰ ਤੁੰਗ ਨੇ ਪਹਿਲਾਂ ਅੱਜ ਕੀਤੀ ਹੈ, ਮੈਂ ਵੀ ਬੇਨਤੀ ਕਰਦਾ ਕਿ 1 ਮਿੰਟ ਲੈ ਕੇ ਤੁਸੀਂ ਵੇਖ ਹੀ ਰਹੇ ਹੋ 700-750 ਕਿਸਾਨਾਂ ਦੀ ਸ਼ਹੀਦੀ ਮੌਤ ਹੋਣ ਤੋਂ ਬਾਅਦ ਕੀ ਮਾੜਾ ਮੋਟਾ ਹੈ ਸਾਨੂੰ ਅਹਿਸਾਸ? ਭਾਵੇਂ ਅਸੀਂ ਇੱਥੇ ਬੈਠੇ, ਭਾਵੇਂ ਉਹ ਲੋਕ ਉੱਥੇ ਨੇ, ਕਿੱਦਾਂ ਭੱਜੇ ਫਿਰਦੇ ਲੀਡਰਾਂ ਦੇ ਮਗਰ, ਇੱਧਰ ਦੀ ਲੰਘ ਜਾਂਦਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਉਹ 750 ਕਿਸਾਨ ਚੜ੍ਹਾਈ ਕਰ ਚੁੱਕੇ ਨੇ ਤੇ ਜੇ ਮੁੜ ਕੇ ਇਹੀ ਕੁਝ ਕਰਨਾ ਸੀ ਤੇ ਪਹਿਲੀ ਕਰ ਲੈਂਦੇ। ਇਹ ਹਕੀਕਤ ਹੈ। ਕਿਉਂ? ਕਿਉਂਕਿ ਗੁਲਾਮੀ ਹੈ ਜਿਹੜੀ, ਗੁਲਾਮੀ ਨੂੰ ਅਸੀਂ ਆਪਣੇ ਮਨ ਦਾ ਇੱਕ ਹਿੱਸਾ ਬਣਾ ਲਿਆ। ਇਸ ਲਈ ਆਜ਼ਾਦੀ ਦਾ ਪਤਾ ਹੀ ਨਹੀਂ ਲੱਗਦਾ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੂੰ ਉੱਚੀਆਂ ਚੁੱਕ ਰਹੇ ਸਨ ਤਾਂ ਉਹਨਾਂ ਨੂੰ ਇਹ ਉਚਾਈ ਤੇ ਸੋਚ ਚੰਗੀ ਨਹੀਂ ਸੀ ਲੱਗਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਹੋਰ ਮੈਂ ਇਤਿਹਾਸਕ ਵਾਕਿਆ ਜਿਹੜਾ ਰਵਾਲ ਸਾਹਿਬ ਦੀ ਧਰਤੀ ਤੇ ਵਾਪਰਿਆ, ਜਦੋਂ ਕਹਿੰਦੇ 22 ਧਾਰ ਦੇ ਹਿੰਦੂ ਰਾਜਿਆਂ ਨੂੰ ਪਤਾ ਲੱਗਿਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਵੱਡਾ ਇਕੱਠ ਕੀਤਾ ਤੇ ਸਤਿਗੁਰਾਂ ਦੇ ਕੋਲ ਆ ਕੇ ਪਾਤਸ਼ਾਹ ਕਹਿੰਦੇ ਭਾਈ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣ ਜਾਓ। ਕਹਿੰਦੇ ਜੀ ਬਿਲਕੁਲ ਠੀਕ ਹੈ। ਵਾਪਸ ਗਏ, ਸੁਨੇਹਾ ਘੱਲ ਦਿੱਤਾ ਤੇ ਪੰਮੇ ਪ੍ਰੋਤ ਨੇ ਇਹ ਗੱਲ ਕਹਿ ਦਿੱਤੀ ਵੀ ਤੁਸੀਂ ਅੰਮ੍ਰਿਤ ਛਕਣ ਲਈ ਤਿਆਰ ਹੋ ਰਹੇ ਹੋ? ਕਹਿੰਦੇ ਹਾਂ। ਕਹਿੰਦੇ ਤੁਹਾਨੂੰ ਪਤਾ ਹੈ ਵੀ ਅੰਮ੍ਰਿਤ ਕਿੱਦਾਂ ਛਕਾਇਆ ਜਾਂਦਾ ਹੈ? ਕਹਿੰਦੇ ਵੀ ਨਹੀਂ। ਕਹਿੰਦੇ ਇੱਕੋ ਬਾਟੇ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੀ ਛਕਾਇਆ ਜਾਂਦਾ ਹੈ। ਉਹਦੇ ਵਿੱਚੋਂ ਨੀਵੀਆਂ ਜਾਤੀਆਂ ਦੇ ਕੀ ਛੀਂਬੇ, ਕੀ ਝਿਓਰ, ਕੀ ਚਮਿਆਰ, ਕੀ ਜੱਟ, ਕਿਮਾ ਕਰਮ ਕੇਵਲ ਸਮਝਾਉਣ ਲਈ ਵੀ ਸਾਰੇ ਇੱਕੋ ਬਾਟੇ ਵਿੱਚੋਂ ਛਕਦੇ ਨੇ। ਤੁਸੀਂ ਉਹ ਰਾਜਪੂਤ, ਹੈਂਕੜੀ ਹੁੰਦੀ ਹੈ ਨਾ, ਤੁਸੀਂ ਉਹ ਰਾਜਪੂਤ। ਉਹ ਕਹਿੰਦੇ ਵੀ ਅੱਛਾ, ਕਹਿੰਦੇ ਗੁਰੂ ਨੂੰ ਕਹਿ ਦਿਓ ਅੰਮ੍ਰਿਤ ਤਾਂ ਛਕਾਂਗੇ ਜੇ ਸਾਡੇ ਲਈ ਤੁਸੀਂ ਵੱਖਰਾ ਤਿਆਰ ਕਰੋਗੇ। ਕਿਉਂ? ਦੇਖ ਲਓ ਤੁਸੀਂ, ਗੁਰੂ ਨੇ ਤਾਂ ਨਹੀਂ ਵੱਖਰਾ ਹੋਣ ਦਿੱਤਾ, ਰਾਜਿਆਂ ਨੂੰ ਕਹਿ ਦਿੱਤਾ ਛਕਣਾ ਛਕੋ, ਨਹੀਂ ਛਕਣਾ ਡੰਡੀ ਫੜੋ। ਗੁਰੂ ਨੇ ਅੰਮ੍ਰਿਤ ਨਹੀਂ ਵੱਖਰਾ ਹੋਣ ਦਿੱਤਾ ਤੇ ਅੱਜ ਸਿੱਖ ਨੂੰ ਪੁੱਛੋਗਾ ਕਿਹਦਾ ਅੰਮ੍ਰਿਤ ਛਕਿਆ ਤੁਸੀਂ? ਹੁਣ ਜੇ ਮੈਂ ਟੀਕਾ ਡੂੰਘਾ ਲਾਤਾ ਤਾਂ ਤੁਸੀਂ ਮੇਰੇ ਦੁਆਲੇ ਹੋ ਜਾਣਾ, ਪਰ ਸੱਚਾਈ ਤੇ ਸੁਣਨੀ ਪਊਗਾ। ਆਪਾਂ ਕਹਿੰਦਾ ਵੋਟਾਂ ਲੈਣੀਆਂ, ਇਹ ਤੇ ਮੈਂ ਕਹਿੰਦਾ ਚੰਗੀ ਗੱਲ ਹੈ। ਜਿਹੜੇ ਪ੍ਰਬੰਧਕ ਨੇ ਜਾਂ ਤੁਸੀਂ ਸੰਗਤ ਹੋ, ਜਿਹੜਾ ਪੁਰਾਣੇ ਮੈਨੂੰ 5ਵਾਂ ਸਾਲ ਸ਼ੁਰੂ ਹੋ ਗਿਆ ਵੀ ਮੈਨੂੰ ਗੁਰੂ ਦੀ ਗੱਲ ਕਰਨ ਤੋਂ ਤਾਂ ਇਹਨਾਂ ਨੇ ਰੋਕਿਆ ਕਦੀ ਵੀ। ਉਹ ਗੱਲ ਵੱਖਰੀ ਵੀ ਟਾਈਮ ਕਦੀ ਨਹੀਂ ਮਿਲਦਾ, ਉਹ ਵੱਖਰੀ ਗੱਲ ਹੈ, ਚਲੋ ਟਾਈਮ ਦੀ ਸ਼ੋਰਟ ਹੁੰਦੀ ਹੈ, ਪਰ ਗੁਰੂ ਦੀ ਗੱਲ ਕਰਨ ਤੋਂ ਨਹੀਂ ਰੋਕਿਆ। ਇਹ ਕਥਾ ਜੇ ਮੈਂ ਕਿਤੇ ਆਲੇ ਦੁਆਲੇ ਕਿਸੇ ਹੋਰ ਗੁਰਦੁਆਰੇ ਵਿੱਚ ਮੈਨੂੰ ਦੇ ਦੇਣਗੇ ਕਰਨ,
बिल्कुल नहीं। बैठे सच्चे गुरु कोल आपां, पर सच सुनने वास्ते तुहानूं ਉੱਚੀਆਂ उठना पऊगा। आखो सतनाम श्री वाहिगुरु। धन श्री गुरु गोबिंद सिंह महाराज बख्शिशां दे मालक, रहमतां दे सागर। जदों वो कहण लगे ना, कहंदे गुरु नूं कहो अमृत वखरा कर दो। मैं हर एक नूं कहना, जो अमृत का बाटा तैयार होंदा ना, कईयां नूं बेचारिਆਂ नूं नहीं पता। हाँ जी, कौन अमृत छकाउणगे, किन्ना दूरों आउणगे, ते मैनूं अर्ज कीती तूं अमृत गुरु दा छकना ते संस्था दा छकना। सिद्धा को अमृत छकना वो जेड़े मर्जी छकाउण। अमृत गुरु दा केड़ा अमृत सुर नाल मुंज ने अमृत खोज दे सो अमृत गुरदे पाया। जिस समय पंज प्यारे अमृत छकारे हुंदे आ ना, वो जिहदे नाल मर्जी संबंधित होण, पर उस समय गुरु दा रूप हुंदे ने। उदों ही सोच विच रखना ये कौन ने ते कित्थों आए ने। ते अमृत दियां असीं वंडियां नहीं पाउणीਆਂ, अमृत वंडियां नहीं पाउंदा। अमृत तां सानू इकट्ठियां करदा है। मानस की जात सबे एक है पहचान हो। तो राजे कहण लगे नहीं असीं नहीं छकना, पातशाह ने ना छको। सतगुरु जी कहंदे भी जे तुसीं छक लोगे, आ जिहड़ी तुसीं मुगलां दी गुलामी करदे हो, कहंदे इस गुलामी तो आजाद हो जाओगे। धन गुरु गोबिंद सिंह महाराज जी दी उन्होंने गल वचन तां नहीं मन्निया, पर पम्मे प्रो दे हथ सुनेहा भेज दिता। कहंदे असीं उन्हां दा झूठा नहीं छकना जेड़े नाई छींबे झोर ने हलवाई ने काम करन वाले ने। तां उस में फिर गुरु ने जेड़ा वचन रवाल सर दी धरती ते किया सी, ओ गुरु ने चमकौर साहब दी गड़ी दे विच ओदा प्रैक्टिकल कीता। ओ किहड़ा वचन सी? जदों उन्हां आख्या भी ये कौन ने, ये तां डरे होए ने, तां सतगुरां ने उदों आख्या, कहते काम हमारा तोलन तकड़ी, नंगी छुरी कबू नहीं पकड़ी। चिड़ी उड़े तो हम डर जाए, तलवार पकड़ के कैसे युद्ध में जाए। जेड़े कहंदे सी साडा काम है तकड़ी ते सौदा तोड़ना, जेड़े बेचारे नंगी छुरी तो भी बाणीए आदि डर जांदे सी, मेरे बाजां वाले सतगुरां ने हत्थां दे विच उन्हां दे शमशीर पकड़ा दित्ती। ते जेड़े डरदे सन, मेरे सतगुरु जी कहंदे राठों से रंग लड़ाऊं, भेड़ों से शेर बनाऊं, 1.25 लाख से एक लड़ाऊं, चिड़ियों से बाज उड़ाऊं, तबे गोबिंद सिंह नाम कहाऊं। ओए 22 धार दे राजे ते मुगलो, ये गल याद रखियो। राठों से रंग, रंग दे अर्थ ने गरीब कंगाल नीवी जाति दे लोग, ते राठों दे अर्थ रठौर राजपूत। कहते देखो तुसीं इन्हां मैं तुहाडे नाल किवें युद्ध करावांगा। राठों से रंग लड़ाऊं, चिड़ियों से मैं बाज चढ़ाऊं। चिड़ियों से बाज की है, जेड़े उत्थों दे लोग सन उन्हां दे मन दिल चिड़ियां वर्गे सन, ते बाज सन 22 धार दे राजे हंकारी जेड़े हमेशा जुल्म करदे सन। कहते इन्हां दे नाल मैं तुहाडा युद्ध कराऊंगा। चिड़ियों से मैं बाज चढ़ाऊं, 1.25 लाख से एक लड़ाऊं, तबे गोबिंद सिंह नाम कहाऊं। कल्ला आख्या नहीं का प्रैक्टिकल कीता। खैर बेनती करा, सरसा दे किनारे आ पहुंचे। हुण इत्थे घमासान दा युद्ध हुंदा जी, ते भाई से भाई उदय सिंह जी, ये भाई से भाई मनी सिंह के पुत्र ने भाई बचित्र सिंह जी ते भाई से भाई उदय सिंह जी। भाई उदय सिंह जी 50 सिंहां दा जत्था लैके इत्थे जूझदे रहे। भाई बचित्र सिंह जी मलकपुर रंगड़ा तक जूझदे रहे। पर ऐन सरसा दे किनारे फिर गुरु साहब जी दा जिहड़ा परिवार है ना, वो 2 हिस्सिਆਂ विच हो जांदा। तुहानूं सब नूं पता, भावें हर साल सुनी जाओ, ये गुरु की गाथा सुन के मन कभी नहीं अकदा। मैं कई दफा देखना भी जेड़े लोग ये कहंदे तुसीं हर साल साहिबजादियां की गल करदे हो, ते मैं सोचदा भी ये लोग तां ओह ने जेड़े गाने ते फिल्मां देख के इमोशनल हो जांदे ने, ये नहीं गुरु की गल नूं समझ सकदे। हुण सतगुरु सच्चे पातशाह बख्शिशां दे मालक, पहलां भी मैं अर्ज कीती सी, गुरुद्वारा बनिया परिवार विछोड़ा। पिछले साल तुसीं देखिया भी उत्थों की जिहड़ी संगत सी ना, रोपड़ ते आनंदपुर साहब इलाके दी, रूपनगर दी, जिद्दां भाई साहब ने अर्ज कीती सी अमरजीत सिंह कौर ने, कि भी मन करदा सी बाहर दीवान लगे। ये गल मैनूं बड़ी वधिया लगी भी महसूस करन लई। अज भी संगतां उत्थों दीयां परिवार विछोड़े गुरुद्वारे तक आनंदपुर साहब तो आउंदियां ने, तां जिहड़ी ओह सरसा नदी वगदी है ना, ਉਹਦੇ ਵਿੱਚੋਂ ਦੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਇੱਕ ਨਗਰ ਕੀਰਤਨ ਦੇ
ਰੂਪ ਦੇ ਵਿੱਚ ਅੱਜ ਵੀ ਉੱਥੇ ਆਉਂਦੀਆਂ ਨੇ, ਅੱਜ ਵੀ ਤੁਸੀਂ ਵੇਖ ਸਕਦੇ ਹੋ। ਉਹ ਇਸ ਵਾਸਤੇ, ਇਹਨੂੰ ਪਖੰਡ ਨਾਲ ਨਹੀਂ, ਇਸ ਵਾਸਤੇ ਵੀ ਤਾਂ ਕਿ ਇਨਸਾਨ ਨੂੰ, ਸਾਨੂੰ ਇਹ ਮਹਿਸੂਸ ਹੋ ਸਕੇ ਵੀ ਉਹ ਕਿੰਨਾ ਵਿਖੜਾ ਪੈਂਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਪਰਿਵਾਰ ਦਰਅਸਲ ਇਹ ਤਾਂ ਕਹਿ ਸਕਦੇ ਵੀ ਵਿਛੜਿਆ ਸੀ ਬੋਲਣ ਲਈ, ਤੇ ਮੈਂ ਅਰਜ਼ ਕਰਾਂ ਇਹ ਮੇਰੇ ਗੁਰੂ ਦਾ ਹੁਕਮ ਹੀ ਸੀ। ਇੱਕ ਅਕਾਲ ਪੁਰਖ ਵਾਹਿਗੁਰੂ ਦਾ ਜੋ ਤੁਧ ਭਾਵੈ, ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਦਰਅਸਲ ਮਾਤਾ ਜੀ ਨੂੰ ਆਖਿਆ ਸੀ, ਜੇ ਭਾਈ ਮਨੀ ਸਿੰਘ ਜੀ ਦੇ ਵੱਲ, ਦਿੱਲੀ ਦੇ ਵੱਲ ਮਾਤਾ ਸੁੰਦਰ ਕੌਰ, ਸਾਹਿਬ ਕੌਰ ਜੀ ਨੂੰ ਆਪਣੇ ਮਹਿਲਾਂ ਨੂੰ ਦਿੱਲੀ ਵੱਲ ਤੋਰ ਸਕਦੇ ਨੇ, ਤੇ ਜੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਨੂੰ ਆਪਣੇ ਨਾਲ ਇਧਰ ਚਮਕੌਰ ਦੀ ਗੜੀ ਦੇ ਵੱਲ ਜਾ ਸਕਦੇ ਨੇ, ਤੇ ਦੋਵੇਂ ਲਾਲਾਂ ਦਾ ਤੇ ਮਾਤਾ ਗੁਜਰ ਕੌਰ ਦਾ ਗੁਰੂ ਨੂੰ ਕੀ ਭਾਰ ਕਰਦਾ ਸੀ। ਦਰਅਸਲ ਮੇਰੇ ਸਤਿਗੁਰਾਂ ਨੇ ਆਖਿਆ, ਮਾਤਾ ਜੀ ਇਹ ਜਿਹੜੇ ਦੋਵੇਂ ਛੋਟੇ ਲਾਲ ਨੇ ਨਾ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਅਕਾਲ ਪੁਰਖ ਵੱਲੋਂ ਹੁਕਮ ਹੈ ਠੰਡੇ ਬੁਰਜ ਦੇ ਵਿੱਚੋਂ ਥਾਪੜਾ ਦੇ ਕੇ ਸਰਹੰਦ ਦੀਆਂ ਦੀਵਾਰਾਂ ਦੇ ਵੱਲ ਸ਼ਹੀਦੀਆਂ ਦੇਣ ਲਈ ਇਹਨਾਂ ਦੋਵਾਂ ਨੂੰ ਤੁਸੀਂ ਤੋਰਨਾ ਹੈ। ਇਹਨਾਂ ਦੋਵਾਂ ਨੂੰ ਮੈਂ ਨਾਲ ਲੈ ਚੱਲਿਆ ਚਮਕੌਰ ਦੀ ਗੜੀ ਵੱਲ, ਤੇ ਇਹਨਾਂ ਨੂੰ ਮੈਂ ਤੋਰਾਂਗਾ ਉਥੋਂ। ਕਦੀ ਇਤਿਹਾਸ ਪੜ੍ਹ ਕੇ ਦੇਖੋ, ਰੂਸ ਦੀ ਜੰਗ ਦੇ ਵਿੱਚ ਨੈਪੋਲੀਅਨ ਬੋਨਾਪਾਰਟ ਆਪਣੇ ਪੁੱਤਰ ਸਿਪਾਹੀ ਦੀ ਮੌਤ ਵੇਖੀ ਤੇ ਧਾਹਾਂ ਮਾਰ ਕੇ ਰੋਇਆ। ਮਹਾਭਾਰਤ ਹੋਈ, ਤੇ ਉਸ ਮਹਾਭਾਰਤ ਦੇ ਵਿੱਚ ਜਦੋਂ ਕੈਰਵਾਂ ਪਾਂਡਵਾਂ ਦਾ ਯੁੱਧ ਹੋਇਆ, ਤੇ ਅਭਿਮਨਿਊ ਸੀ ਅਰਜੁਨ ਦਾ ਪੁੱਤਰ, ਤੇ ਜਦੋਂ ਇਹ ਘਮਾਸਾਨ ਦੇ ਯੁੱਧ ਵਿੱਚ ਇੱਕ ਚੱਕਰਵਿਊਹ ਬਣਾ ਕੇ ਕਹਿੰਦੇ ਅਰਜੁਨ ਨੂੰ ਵਿਚਾਲੇ ਘੇਰ ਲਿਆ, ਕਿਵੇਂ ਕਰਨੀ ਅਭਿਮਨਿਊ ਨੂੰ ਵਿਚਾਲੇ ਘੇਰ ਲਿਆ, ਤੀਰਾਂ ਦੀ ਪੁਛਾੜ ਕਰ ਕਰਕੇ ਅਭਿਮਨਿਊ ਨੂੰ ਮਾਰ ਦਿੱਤਾ। ਤੇ ਹੁਣ ਕ੍ਰਿਸ਼ਨ ਜੀ ਰਥਵਾਹੀ ਬਣੇ ਸੀ ਅਰਜੁਨ ਦੇ। ਹੁਣ ਉਸ ਸਮੇਂ ਕਹਿੰਦੇ ਅਰਜੁਨ ਦੇ ਹੱਥਾਂ ਦੇ ਵਿੱਚੋਂ ਤੀਰ ਕਮਾਨ ਢਿੱਲੀ ਹੋ ਗਈ, ਕਹਿੰਦਾ ਭਗਵਾਨ ਮੈਂ ਨਹੀਂ ਤੀਰ ਚਲਾ ਸਕਦਾ ਕਿਉਂਕਿ ਮੇਰੇ ਪੁੱਤ ਦੀ ਮੌਤ ਹੋ ਗਈ ਹੈ। ਜਿਸ ਅਰਜੁਨ ਨੂੰ ਆਪਾਂ ਕਹਿੰਦੇ ਬੜਾ ਤਕੜਾ ਤੇ ਬਲਵਾਨ ਸੀ, ਆਪਣੇ ਪੁੱਤਰ ਦੀ ਅਭਿਮਨਿਊ ਦੀ ਮੌਤ ਵੇਖ ਕੇ ਉਹਨੇ ਜੰਗ ਕਰਨਾ ਛੱਡ ਦਿੱਤਾ ਸੀ। ਹੋਰ ਬੜੀਆਂ ਉਦਾਹਰਨਾਂ ਨੇ। ਮੁਹੰਮਦ ਸਾਹਿਬ ਦੇ ਦੋ ਦੋਤਰੇ ਕਰਬਲਾ ਦੇ ਮੈਦਾਨ ਵਿੱਚ ਹਸਨ ਤੇ ਹੁਸੈਨ, ਉਹਨਾਂ ਦੀ ਮੌਤ ਹੋਈ, ਤੇ ਆਪਾਂ ਵੇਖਦੇ ਹਾਂ ਸਾਰਾ ਇਸਲਾਮੀ ਜਗਤ ਉਸ ਸਮੇਂ ਧਾਹਾਂ ਮਾਰ ਕੇ ਰੋਇਆ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਦੇਖਿਆ ਜਾਏ ਬਹੁਤ ਉਦਾਹਰਨਾਂ ਨੇ। ਮੇਰੇ ਬਾਜਾਂ ਵਾਲੇ ਸਤਿਗੁਰੂ ਚਮਕੌਰ ਦੀ ਗੜੀ ਦੇ ਵਿੱਚੋਂ ਆਪ ਕਿਸ ਤਰ੍ਹਾਂ ਤੋਰਦੇ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਚੱਲੇ, ਘਮਾਸਾਨ ਦਾ ਯੁੱਧ ਹੋਇਆ, ਮਲਕਪੁਰ ਰੰਗੜਾ, ਇੱਥੇ ਜਿਹੜੇ ਰੰਗੜ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਚਲੇ ਗਏ, ਤੇ ਭਾਈ ਉਦੈ ਸਿੰਘ ਜੀ ਦੀ ਸ਼ਹਾਦਤ ਹੋਈ, ਤੇ ਭਾਈ ਬਚਿੱਤਰ ਸਿੰਘ ਜੀ ਇੱਥੇ ਜ਼ਖਮੀ ਹੋ ਗਏ। ਤੇ ਮੇਰੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਆਓ। ਇਤਿਹਾਸ ਕਹਿੰਦਾ ਹੈ ਕਿ ਭਾਈ ਬਚਿੱਤਰ ਸਿੰਘ ਜ਼ਖਮੀ ਨੂੰ ਬਾਬਾ ਅਜੀਤ ਸਿੰਘ ਜੀ ਘੋੜੇ ਦੇ ਉੱਪਰ ਐਦਾਂ ਮੂਧੀਆਂ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਮੰਨ ਕੇ ਵੇਖੋ, ਜੇ ਸਿੰਘ ਨੂੰ ਚੁੱਕਣ ਵਾਸਤੇ ਵੀ ਕਹਿੰਦੇ ਵੀ ਚੁੱਕ ਕੇ ਲਿਆਓ, ਕਿਸੇ ਹੋਰ ਨੂੰ ਨਹੀਂ ਭੇਜਿਆ, ਆਪਣੇ ਪੁੱਤ ਨੂੰ ਭੇਜਿਆ। ਇਹਦਾ ਮਤਲਬ ਕਿ ਗੁਰੂ ਪੁੱਤਰਾਂ ਤੇ ਸਿੱਖਾਂ ਦੇ ਵਿੱਚ ਗੁਰਸਿੱਖਾਂ ਏਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਕੋਈ ਫਰਕ ਨਹੀਂ ਗਿਣਦਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਮੰਨਿਆ ਤੇ ਕਿੱਥੇ ਆ ਗਏ, ਕਿਉਂਕਿ ਗੂਰ ਮਾਜਰਾ ਆਦਿਕ ਇਹ ਸਾਰੇ ਉੱਥੇ ਨਗਰ ਵਸਦੇ ਨੇ। ਸਤਿਗੁਰੂ ਜੀ ਆਏ ਫਿਰ ਇੱਥੇ ਕੋਟਲਾ ਨਿਹੰਗ ਖਾਂ, ਕੋਟਲਾ ਨਿਹੰਗ ਖਾਂ ਦਾ ਪੁੱਤਰ ਸੀ ਆਲਮ ਖਾਂ, ਤੇ ਇਹ ਜਿਹੜਾ ਆਲਮ ਖਾਂ ਸੀ ਨਾ, ਇਹ ਰਾਏ ਕੱਲਾ ਜਿਹੜਾ ਇਹ ਉਹਦਾ ਜਵਾਈ ਸੀ, ਕਿਉਂਕਿ ਇਹਨਾਂ ਦੀ ਜਿਹੜੀ ਪੁੱਲ ਸੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਘਰ ਦੀ ਇਹ ਸੇਵਾ ਕਰਦੇ ਆ ਰਹੇ ਸੀ। ਤੇ ਇੱਕ ਦਿਨ ਮੈਂ ਪਹਿਲਾਂ ਵੀ ਅੱਜ ਕੀਤੀ, ਮੇਰੇ ਸਤਿਗੁਰੂ ਜੀ ਕੋਟਲਾ ਨਿਹੰਗ ਖਾਂ ਦੇ ਕੋਲ ਅੱਜ ਪਹਿਲੀ ਵਾਰੀ ਨਹੀਂ, ਸਗੋਂ ਮੇਰੇ ਸਤਿਗੁਰੂ ਜੀ ਅੱਜ ਇੱਥੇ ਚੌਥੀ ਵਾਰੀ ਆਏ ਨੇ। ਜਦੋਂ ਪੌਂਟਾ ਭਗਾਣੀ ਦਾ ਯੁੱਧ ਹੋਇਆ ਸੀ ਤੇ ਅਨੰਦਪੁਰ ਸਾਹਿਬ ਨੂੰ ਆਉਂਦੇ ਆ, ਸਤਿਗੁਰੂ ਜੀ ਇਸ ਪਿੰਡ ਵਿੱਚ ਆਏ ਸਨ, ਤੇ ਪਿੰਡ ਦੇ ਜਿਹੜੇ ਮਜ਼ਦੂਰ ਸਨ ਨਾ ਭੱਠੇ ਕੋਲ ਬੈਠੇ, ਤੇ ਸਤਿਗੁਰੂ ਜੀ ਕਹਿੰਦੇ ਅਸੀਂ ਆਏ ਆ ਤੇ ਆਰਾਮ ਕਰਨਾ, ਤੇ ਉਹਨਾਂ ਨੇ ਮਸ਼ਵਰੀ ਕੀਤੀ। ਉਹ ਕਹਿਣ ਲੱਗੇ ਆਰਾਮ ਕਰਨਾ, ਕਿ ਉਹ ਸਾਹਮਣੇ ਭੱਠਾ ਉੱਥੇ ਆਰਾਮ ਕਰ ਲਓ। ਸਤਿਗੁਰੂ ਜੀ ਚੜੇ ਚੜਾਏ ਘੋੜੇ ਤੇ ਜਦੋਂ ਲਾਗੇ ਗਏ, ਘੋੜੇ ਨੇ ਪੌੜ ਰੱਖੇ ਤੇ ਉਹ ਭੱਠਾ ਸ਼ਾਂਤ ਹੋ ਗਿਆ। ਹੋ ਸਕਦਾ ਹੈ ਨਾ, ਇਹ ਜਿਹਨੂੰ ਭਰੋਸਾ ਹੋ ਸਕਦਾ, ਤਾਤੀ ਬਾਉ ਨਾ ਲੱਗੇ ਹੀ।
पार ब्रह्म शरणाई जे ये हो सकता है, जे 7 साल दे ते 9 साल दे साहिबजादे सरहद दीआं दीवारां विच खलो सकदे ने तां फिर ये क्यों नहीं हो सकदा? कहते वो भट्ठा शांत हो गया तां वो अज गुरुद्वारा उत्थे भट्ठा साहब जिन्हां ने दर्शन कीते ने ते वो गुरुद्वारा बनिया ते वो घोड़े दे पौड़ दे निशान भी ने। वो इस गल दा प्रतीक ने कि सिखो तुहाडा गुरु किन्ना समर्थ है। जिहड़ियां इतिहासक निशानियां हुंदियां ने ना, ये एक सानू भरोसा दिवाउण वास्ते भी तुहाडा गुरु इन्ना वड्डा है, तुहानू होर नहीं किसी नूं मन्नण ते पूजन दी लोड़। जदों ये गोरा पढ़ ही दिता भी आग्या भई अकाल की, फिर पिछे रह कुछ नहीं गया, वो असीं बाद विच ऐड करदे हां अपने दिमाग 'ਚ। खैर बेनती करा मेरे सतगुरु सच्चे पातशाह का वचन मनिया। कोटला निहंग खां दे कोल जो सतगुरु आए, उन्हें बड़ी श्रद्धा भावना दे नाल अपनी हवेली खोल दित्ती। जिहड़े उस इलाके दे सज्जन ने, पर कहंदे वो हवेली अज ना खंडर बन चुकी है। वो हवेली बिल्कुल जिहड़ियां इतिहासक इमारतां सन जां तां वो बिल्कुल खंडरी बन गईयां ते जां फिर ढाह के उन्हां दे महल बना दित्ते, बिल्कुल खत्म कर दित्तियां गईयां। कार सेवा के नाम से मार सेवा हुई है। उदों सोशल मीडिया नहीं सी, जे हुंदा तां बहुत कुछ बच सकदा सी। आपां नूं उदों इंज कह लो भी इमोशनल किया गया सेवा के नाम से, इत्थे बैठिया नहीं पता चलता। खैर धन गुरु गोबिंद सिंह महाराज आए, उन्हें बूहे खोल दिते, बड़ी सेवा की। मेरे सतगुरु जी कहन लगे कोटला निहंग खां, असीं तां इत्थों अगे नूं जाना है, जिधर रब जाए जिधर मालिक ले जाएगा। हुक्म अंदर सब को, बाहर हुक्म ना कोई। पर कहते असीं अगे जाना। पर आ भाई बचित्र सिंह पुत्र किहदा? भाई साहब भाई मनी सिंह जी दे। ओही बचित्र सिंह जो भीम चंद राजे ने हाथी नूं शराबां पिया के एन तवियां बन के भेजिया सी, ओहनूं वापस मोड़न वाला ते ओही भाई बचित्र सिंह ते ओ नागणी अज भी आपां दर्शन करदे ही हां। दर्शन इतिहासक स्थानां ते इतिहासक शास्त्र पए ने। 1984 ਦੇ ਸਾਡੀਆਂ ਬਹੁਤ ਇਤਿਹਾਸਕ ਪਵਿੱਤਰ ਪਾਵਨ ਬੀੜਾ ਸਰੂਪ ਪੋਥੀਆਂ ਪਿੰਡਾਂ ਦੇ ਸੰਤਾਂ ਨੂੰ ਨਹੀਂ ਸੀ ਮਾਰਨਾ ਉਹਨਾਂ ਨੇ ਤਾਂ ਜੋ ਤੁਹਾਡਾ ਇਤਿਹਾਸ ਸੀ ਨਾ ਸਿਧਾਂਤ, ਉਹਨਾਂ ਨੇ ਤਾਂ ਉਹ ਖਤਮ ਕਰਨਾ ਸੀ। ਜਿਹੜਾ ਬਚਿਆ ਉਹਨਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਸਾਡੀ ਹੈ। ਖੈਰ ਬੇਨਤੀ ਕਰਾਂ सतगुरु सच्चे पातशाह कहते असीं अगे जाना। पातशाह ने फिर इत्थों अगे चाले पाए, सेवा ला दी। कहते उस में कोटला निहंग खां दी ओदी बच्ची सी मुमताज, सारी रात भाई बचित्र सिंह जी दे मलम पट्टियां उस बच्ची ने कीतियां। इतिहास कहता बस्सी पठाणा दा एक जिहड़ा पठान सी ओदे नाल कुछ महीने पहला एदी शादी निकाह कह लो वो गल हो चुकी सी, इहदे तेरा ब्याह होना है। पर कहते इधर रात का समय भाई बचित्र सिंह अखीर की होया, वो तो शहीदी जाम पी गए ते किसी ने जाके मलकपुर के रंगड़ा सिपाहियों को खबर कर दी कि जिहड़े सरकार के बागी ने ना, वो कहते आ जिहड़ा कोटला निहंग खां इन्हें अपनी हवेली विच रखे हुए ने। ते फिर उस समय वो आए घोड़े लैके आले दाले घेरा पा लिया। कहने सरकार के बागी आए ने हवेली खोल दी। सारे पासे नजर मारी कितों कुछ ना मिलिया। नजर पई कहते उस समय जाबर खां सी, ओदा जिहड़ा मेन पठान सी। जाबर खां दी निगाह पई, वो कहने लगा उस कमरे च कौन है? सच आपां भी बोलदे हैं ते सच कोने भी बोलिया। दरअसल सच वो नहीं हुंदा जिहड़े सच दे नाल किसी का नुकसान हो जाए, वो सच नहीं हुंदा। ते जे तुहाडे झूठ बोलण दे नाल सच बचदा है, वो साडे गुरु दे सिखां ने भी बोलिया। ते वो कहण लगा कमरे च कौन है? वो कहण लगा इस कमरे दे विच मेरी बेटी मुमताज ते मेरा दामाद मेरे जवाई सुता पिया है। खोलां दरवाजा, जे कहूं तां अंदरों आवाज आई मुमताज दी, पिताजी की है? दरवाजा खोला, कहते क्योंकि इस्लामी धर्म दे विच औरत दा सत्कार बड़ा कीता जाता। वो कहंदा नहीं दरवाजा नहीं खोलना। वो पुठे पैरी वापस परत गया। पर कहते उस समय भाई साहब भाई बचित्र सिंह की शहादत हुई ते बीबी मुमताज ने दोवें चरण भाई बचित्र सिंह दे पकड़ के अपने मस्तक नूं लाए, शहीदी हुई। उत्थे शहीदी अस्थान भी बने भाई साहब भाई बचित्र सिंह जी की याद विच। ते बीबी मुमताज ने जदों पिता ने कुछ दिन होए ना कि निकाह ब्याह का दिन नेड़े आ रहे हैं,
ਤਿਆਰੀ ਕਰੀਏ। ਉਹ ਕਹਿੰਦੀ कैसा ਵਿਆਹ, ਕਾਹਦਾ ਵਿਆਹ? ਮੇਰੀ ਤੇ ਸ਼ਾਦੀ ਪਿਤਾ ਜੀ ਹੋ ਚੁੱਕੀ ਹੈ। ਮੈਂ ਤੇ ਆਪਣਾ ਪਤੀ ਉਸ ਦਿਨ ਹੀ ਭਾਈ ਬਚਿੱਤਰ ਸਿੰਘ ਜੀ ਨੂੰ ਮੰਨ ਲਿਆ ਜਿਸ ਦਿਨ ਤੁਸੀਂ ਆਪਣੇ ਮੁਖ ਤੋਂ ਆਖਿਆ ਸੀ ਕਿ ਮੇਰਾ ਦਾਮਾਦ ਤੇ ਮੇਰੀ ਬੱਚੀ ਅੰਦਰ ਪਏ ਨੇ, ਹੁਣ ਕਿਹੜਾ ਵਿਆਹ? ਦੇਖੋ ਐਦਾਂ ਸੇਵਾਵਾਂ ਕੀਤੀਆਂ ਗੁਰੂ ਕੇ ਸਿੱਖਾਂ ਤੇ ਸਿੱਖਣੀਆਂ ਨੇ, ਬੀਬੀਆਂ ਨੇ। ਕਹਿੰਦੇ ਉਸ ਸਮੇਂ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੀ ਸ਼ਹਾਦਤ ਹੋਈ। ਇਤਿਹਾਸ ਵਿੱਚ ਪੜਿਆ ਵੀ 135 ਸਾਲ ਦੀ ਉਮਰ ਬੀਬੀ ਮੁਹਤਾਜ ਨੇ ਭੋਗੀ, ਪਰ ਉਹਨੇ ਵਿਆਹ ਨਹੀਂ ਕਰਵਾਇਆ। ਕਿਉਂ? ਕਿਉਂਕਿ ਉਹਨੇ ਪਰਨ ਕਰ ਲਿਆ ਸੀ ਵੀ ਮੇਰਾ ਪਤੀ ਆ ਗੁਰੂ ਕਾ ਸਿੰਘ ਹੀ ਹੈ, ਇਹੀ ਹੈ ਮੇਰਾ, ਜਿਹਦੇ ਲੜ ਮੇਰੇ ਬਾਬਰ ਨੇ, ਮੇਰੇ ਪਿਤਾ ਨੇ ਲਾ ਦਿੱਤਾ, ਹੁਣ ਮੈਂ ਦੂਜਾ ਸਟੈਪ ਨਹੀਂ ਚੁੱਕਣਾ। ਤੇ ਤੁਹਾਨੂੰ ਪਤਾ ਹੋਵੇ ਜਿਹੜੇ ਉਸ ਇਲਾਕੇ ਦੇ ਨੇ, ਬੀਬੀ ਮੁਹਤਾਜ ਨੂੰ ਉੱਥੇ ਉਹਦੀ ਕਬਰ ਬਣੀ ਹੈ ਇੱਕ ਯਾਦਗਾਰ ਦੀ ਤੌਰ ਤੇ। ਬੀਬੀ ਮੁਹਤਾਜ ਨੂੰ ਰੋਪੜ ਇਲਾਕੇ ਵਿੱਚ ਅੱਜ ਵੀ ਬੀਬੀ ਭੂਆ ਕਰਕੇ ਪੂਜਿਆ ਜਾਂਦਾ ਹੈ, ਸਤਿਕਾਰ ਕੀਤਾ ਜਾਂਦਾ ਹੈ। ਸਤਿਕਾਰ ਦੇ ਤੌਰ ਤੇ ਅੱਜ ਵੀ ਸਾਡੀ ਜਿਹੜੀ ਕੌਮ ਸਿੱਖ ਕੌਮ ਹੈ, ਜਿਨ੍ਹਾਂ ਨੇ ਇਹਨਾਂ ਦੀ ਕੁਰਬਾਨੀਆਂ ਕੀਤੀਆਂ, ਉਹਨਾਂ ਸਭ ਨੂੰ ਹੀ ਸਤਿਕਾਰ ਦਿੱਤਾ। ਐਸੀ ਗੱਲ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਥੋਂ ਚਾਲੇ ਪਾਏ ਗੁਰੂ ਪਿਤਾ ਜੀ ਜਾ ਪਹੁੰਚੇ ਨੇ। ਉਹ ਕੱਚੀ ਗਲੀ ਜਿੱਥੇ ਅੰਬਾਂ ਦਾ ਬਾਗ ਹੈ, ਆਲੇ ਦੁਆਲੇ ਹਰੇ ਭਰੇ ਪੌਦੇ ਨੇ, ਪਰ ਕਹਿੰਦੇ ਉੱਥੇ ਦੋ ਭਰਾ ਨੇ, ਬੁੱਧੀ ਚੰਦ ਰਾਵਤ, ਇੱਕ ਦਾ ਨਾਮ ਜਗਤ ਸਿੰਘ ਜੀ ਦੱਸਿਆ। ਵਿਦਵਾਨਾਂ ਦੀ ਵੱਖੋ ਵੱਖ ਰਾਏ ਹੈ। ਕਈਆਂ ਤੇ ਆਖਿਆ ਵੀ ਇਹਨਾਂ ਦੀ ਕੱਚੀ ਗਲੀ ਖਾਲੀ ਕਰ ਦਿੱਤੀ ਵੀ ਤੁਸੀਂ ਰਹੋ। ਦੂਜੀ ਵਿਦਵਾਨਾਂ ਦੀ ਰਾਏ ਇਹ ਹੈ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਗੜੀ ਵਿੱਚੋਂ ਕੱਢ ਦਿੱਤਾ। ਇਹ ਗੱਲ ਇਹ ਇਤਿਹਾਸਕ ਤੱਥ ਤੇ ਠੀਕ ਹੈ। ਪਤਾ ਕਿਉਂ? ਇਸ ਵਾਸਤੇ ਵੀ ਜੇ ਅਸੀਂ ਇਸ ਕੱਚੀ ਗੜੀ ਦੇ ਵਿੱਚੋਂ ਇਹਨਾਂ ਨੂੰ ਨਾ ਕੱਢਿਆ ਤਾਂ ਸਰਕਾਰੀ ਦਰਬਾਰੀ ਗੱਲ ਜਾਏਗੀ। ਜੇ ਇਹਨਾਂ ਦੀ ਗੱਲ ਮੰਨ ਲਈ ਗੜੀ ਵਿੱਚ ਆ ਜਾਓ, ਸਰਕਾਰ ਕਿਤੇ ਇਹਨਾਂ ਵਿਚਾਰਿਆਂ ਨੂੰ ਤੰਗ ਨਾ ਕਰੇ, ਤਾਂ ਕਿ ਇਹ ਕਹਿ ਸਕਣ ਵੀ ਇਹ ਅਸੀਂ ਨਹੀਂ, ਇਹ ਤਾਂ ਇਹਨਾਂ ਨੇ ਸਾਡੇ ਤੋਂ ਧੱਕੇ ਨਾਲ ਗੜੀ 'ਚ ਕਬਜ਼ਾ ਕਰ ਲਿਆ। ਮੇਰੇ ਸਤਿਗੁਰਾਂ ਨੇ ਵੀ ਉਹਨਾਂ ਦਾ ਭਲਾ ਸੋਚਿਆ। ਇੱਕ ਇਤਿਹਾਸ ਦਾ ਪੱਖ ਇਹ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਫਿਰ ਆਉਂਦੇ ਨੇ। ਦੇਖੋ 22 ਦਸੰਬਰ ਹੈ ਜਿਹੜਾ, ਇਹ ਅੰਗਰੇਜ਼ੀ ਮਹੀਨੇ ਦਾ ਸਾਲ ਦਾ 22 ਦਸੰਬਰ ਵਿਦਵਾਨਾਂ ਨੇ ਖੋਜ ਕੀਤੀ ਹੈ ਵੀ ਸਭ ਤੋਂ ਛੋਟਾ ਦਿਨ ਹੈ 22 ਦਸੰਬਰ। ਤੇ ਇਸ ਸਭ ਤੋਂ ਛੋਟੇ ਦਿਨ ਵਿੱਚ ਸਭ ਤੋਂ ਵੱਡੀ ਕੁਰਬਾਨੀ ਹੋਈ। ਸਭ ਤੋਂ ਵੱਡੀ ਕੁਰਬਾਨੀ ਸ਼ਾਮ ਦਾ ਵਕਤ ਹੈ, ਕਿਉਂਕਿ 6 ਪੋਹ ਨੂੰ ਕਿਲਾ ਛੱਡਦੇ ਨੇ। 7 ਪੋਹ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲੰਘਦੇ ਲੰਘਦੇ ਕਿੱਥੇ ਪਹੁੰਚ ਗਏ? ਸ਼ਾਮ ਦਾ ਵਕਤ ਹੋਇਆ ਤੇ 8 ਪੋਹ ਨੂੰ ਸਵੇਰੇ 8 ਪੋਹ ਚੜ੍ਹਦੀ ਹੈ, 7 ਪੋਹ ਸ਼ਾਮ ਨੂੰ ਪਹੁੰਚਦੇ ਨੇ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਗੜੀ ਦੇ ਉੱਪਰ 8 ਸਿੰਘਾਂ ਨੂੰ ਤਾਇਨਾਤ ਕਰ ਦਿੰਦੇ ਨੇ। ਇੱਥੋਂ ਤੱਕ ਵੀ ਵਿਦਵਾਨਾਂ ਨੇ ਦੇਖਿਆ ਮੇਰੇ ਸਤਿਗੁਰੂ ਜੀ ਕਹਿਣ ਲੱਗੇ, ਸਿੰਘੋ ਅੱਜ ਸਾਨੂੰ ਰਾਤ ਨੂੰ ਜਾਗ ਕੇ ਰਹਿਣ ਦਾ ਜਿਹੜਾ ਮੌਕਾ, ਜਿਹੜੀ ਸੇਵਾ ਤੁਸੀਂ ਸਾਨੂੰ ਦੇ ਦਿਓ। ਮੇਰੇ ਸਤਿਗੁਰੂ ਜੀ ਕਦੀ ਸਿੰਘਾਂ ਦੇ ਕੇਸ, ਕਦੀ ਖੁੱਲੇ ਦਸਤਾਰੇ ਆਪ ਪਹਿਰਾ ਦਿੰਦੇ ਰਹੇ। ਤੇ ਮੇਰੇ ਸਤਿਗੁਰਾਂ ਨੂੰ ਪਤਾ ਹੈ ਕਿ ਜਦੋਂ ਸੁਬਾਹ ਹੋਣੀ ਹੈ ਨਾ, ਕਿ ਇਹਨਾਂ ਸਾਰਿਆਂ ਨੇ ਸੁਬਾਹ ਹੁੰਦਿਆਂ ਹੀ ਰਣ ਤੱਤੇ ਦੇ ਵਿੱਚ ਜੂਝ ਕੇ ਇਹਨਾਂ ਨੇ ਸ਼ਹੀਦੀ ਪਾ ਜਾਣੀ ਹੈ। ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਵੀ ਕਈ ਦਿਨਾਂ ਤੋਂ ਲੰਮੇ ਪੈਂਡੇ ਸਫ਼ਰ ਤੈਅ ਕਰਦੇ ਹੋਏ ਉਹ ਵੀ ਆਰਾਮ ਨਾਲ ਐਨ ਪਏ ਨੇ। ਪਿਤਾ ਜੀ ਨਾਲੇ ਪਾਠ ਕਰਦੇ ਨੇ, ਜਾਪ ਕਰਦੇ ਨੇ ਤੇ ਨਾਲੋਂ ਨਾਲ ਸੇਵਾ ਕਰਦੇ ਨੇ। ਸਭ ਦੇ ਕਿਸੇ ਦੇ ਚਰਨ ਚੁੰਮਦੇ ਨੇ, ਕਿਸੇ ਦਾ ਮਸਤਕ ਚੁੰਮਦੇ ਨੇ, ਸਭ ਨੂੰ ਪਿਆਰ ਦਿੱਤਾ। ਕਿਉਂ? ਕਿਉਂਕਿ ਅੰਮ੍ਰਿਤ ਵੇਲਾ ਆਉਣਾ ਹੈ। ਇਤਿਹਾਸ ਇਹ ਕਹਿੰਦਾ ਫਿਰ ਰਾਤ ਨੂੰ ਨਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਪਹਿਰੇ ਤੇ ਹਨ ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ, ਇਹ ਦੋਵੇਂ ਪਹਿਰੇ ਤੇ ਖਲੋਤੇ ਨੇ ਕੱਚੀ ਗੜੀ ਦੇ। ਤੇ ਉਧਰੋਂ 10 ਲੱਖ ਜ਼ਫਰਨਾਮੇ ਵਿੱਚ ਜ਼ਿਕਰ ਆਇਆ, ਗੁਰ ਸ਼ਿਰਹਿ ਕੇ ਚਿਹਲ ਨਰ ਕੇ ਦਹਿਲਕ ਬਰ ਆਇਦ ਬਰੋ ਬੇਖਬਰ। ਇੱਕ ਬੰਨੇ ਭਾਵ 40 ਨੇ ਭੁੱਖਣ ਭਾਣੇ ਤੇ ਇੱਕ ਬੰਨੇ 10 ਲੱਖ ਨੇ। ਮੁਕਾਬਲਾ ਜੇ ਆਪਾਂ ਸੋਚੀਏ ਅੱਜ ਦਾ ਮਨੁੱਖ ਕਹਿ ਸਕਦਾ ਵੀ ਇਹ ਤਾਂ ਮੁਸ਼ਕਲ ਕੰਮ, ਵੀ ਇਹ ਨਹੀਂ ਹੋ ਸਕਦਾ। ਪਰ ਮੈਂ ਕਹਿੰਦਾ ਮੇਰੇ ਸਤਿਗੁਰੂ ਜੀ ਲਿਖ ਗਏ ਤੇ ਤੁਹਾਨੂੰ ਇਹ ਗੱਲ ਮੰਨਣੀ ਪੈਣੀ ਹੈ। ਬਾਜਾਂ ਵਾਲੇ ਮੇਰੇ ਸਤਿਗੁਰੂ, ਜਿਹੜਾ ਗੁਰੂ ਇਹ ਕਹਿੰਦਾ ਹੈ ਕਿ ਜਿਸ ਦਾ ਹੋਵੇ ਵੱਲ ਉਹ ਕਦੇ ਨਾ ਹਾਰਦਾ, ਜਿਹੜਾ ਗੁਰੂ ਕਹਿੰਦਾ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਸ਼ੰਦਾ, ਜਿਹੜਾ ਗੁਰੂ ਕਹਿੰਦਾ ਜਿਸ ਦਾ ਸਾਹਿਬ ਡਾਟਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ। ਜਿਹੜੇ ਬੋਲ ਰਵਾਨਸਰ ਦੀ ਧਰਤੀ ਤੇ ਆਕੇ ਸਨ ਕਿ 1.25 ਲੱਖ ਸੇ ਇੱਕ ਲੜਾऊं
ਤਾਂ ਗੋਬਿੰਦ ਸਿੰਘ ਨਾਮ ਕਹਾਉਣ ਉਹ ਪਗਾਉਣ ਦਾ ਦਿਨ ਆ ਗਿਆ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਮਾਲਕ ਇਤਿਹਾਸ ਇਹ ਕਹਿੰਦਾ ਹੈ ਕਿ ਜਦੋਂ ਸਾਰਾ ਦਿਨ ਜੰਗ ਹੁੰਦੀ ਰਹੀ ਨਾ, ਤਾਂ ਫਿਰ ਉਸ ਜੰਗ ਦੇ ਵਿੱਚ ਜਿੱਥੇ ਅਨੇਕਾਂ ਸਿੰਘ ਸ਼ਹੀਦ ਹੋਏ ਤੇ ਫਿਰ ਬਾਬਾ ਅਜੀਤ ਸਿੰਘ ਜੀ ਆਪ ਆਏ ਨੇ। ਕਹਿੰਦੇ ਪਿਤਾ ਜੀ ਰਣ ਤੱਤੇ ਵਿੱਚ ਜਾਣ ਦੀ ਮੈਨੂੰ ਵੀ ਆਗਿਆ ਬਖਸ਼ੋ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਭਾਵੇਂ ਕਈਆਂ ਨੇ ਇਸ ਨੂੰ ਹੋਰ ਤਰੀਕੇ ਨਾਲ ਵੀ ਲਿਖ ਦਿੱਤਾ ਕਿ ਉਹ ਜੰਗ ਵਿੱਚ ਗਏ, ਪਾਣੀ ਦੀ ਪਿਆਸ ਲੱਗੀ ਤੇ ਪਾਣੀ ਮੰਗਣ ਆਏ, ਨਹੀਂ, ਬਿਲਕੁਲ ਨਹੀਂ। ਉਹਨਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਪਿਤਾ ਜੀ ਨਾਮ का अजीत हूं, जीता नहीं जाऊंगा, जीता तो वापस नहीं आऊंगा। मेरा नाम अजीत सिंह रखिया। जे दुश्मन ने मैनू जित लिया ते तुहाडे कोल मैं जिंदा नहीं आउणा। दूजी गल मैनू ये फकर है मेरा नाम ही अजीत सिंह रखिया है ते मैनू कोई जित ही नहीं सकता। ते बाबा अजीत सिंह रण तत्ते विच गए ने ते सूबा सरहंद वजीद खान नूं ये भरम पै गया भी क्यों लगता है भी गुरु दे कोल सिंह मुक गए ते गुरु हुण पुत्तरां नूं भेजना शुरू कर दिता। ਇਹ ਉਹਦਾ ਭੁਲੇਖਾ ਸੀ। ਰਣ ਤੱਤੇ ਦੇ ਵਿੱਚ ਜੂਝਦਿਆਂ ਬਾਬਾ ਅਜੀਤ ਸਿੰਘ ਜੀ ਉਹਨਾਂ ਬੋਲਾਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਅਰਥ ਕਰ ਦਿੱਤੇ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਹੂ ਨਾ ਛਾੜੈ। ਖੇਤ ਉਹਦੇ ਅਰਥ ਚਮਕੌਰ ਦੀ ਗੜੀ ਵਿੱਚ ਕੀਤੇ। ਕੁਝ ਸਮੇਂ ਬਾਅਦ ਫਿਰ ਬਾਬਾ ਜੁਝਾਰ ਸਿੰਘ ਜੀ ਆਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਂ ਵੀ ਆਪਣੇ ਭਰਾ ਦੇ ਵਾਂਗ ਰਣ ਤੱਤੇ ਵਿੱਚ ਜੂਝ ਕੇ ਸ਼ਹੀਦੀ ਸ਼ਹਾਦਤ ਪਾਵਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਘੁੱਟ ਕੇ ਕਲੇਜੇ ਨਾਲ ਲਾਇਆ ਕਿ ਹੁਣ ਤਾਂ ਇਤਿਹਾਸ ਹੀ ਬਦਲ ਜਾਣਾ। ਕਿਉਂ? ਕਿਉਂਕਿ ਜੇ ਮੈਂ ਆਪ ਭੇਜਦਾ ਤੇ ਫਿਰ ਕਲਮ ਨੇ ਕੁਝ ਹੋਰ ਲਿਖਣਾ ਸੀ। ਅੱਜ ਪੁੱਤਰਾ ਤੂੰ ਖੁਦ ਚੱਲ ਕੇ ਆਇਆ, ਤੂੰ ਤੇ ਇਤਿਹਾਸ ਨੂੰ ਬੁਲੰਦੀਆਂ ਤੇ ਕਰ ਦਿੱਤਾ ਹੈ। ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਨਾਲ ਦੇ ਜਿਹੜੇ ਕੁਝ ਸਿੰਘ ਨੇ ਨਾ, ਭਾਈ ਦਇਆ ਸਿੰਘ, ਧਰਮ ਸਿੰਘ, ਤੇ ਜਦੋਂ ਬਾਬਾ ਜੁਝਾਰ ਸਿੰਘ ਗੜੀ ਦੇ ਵਿੱਚੋਂ ਜਦੋਂ ਆਖੇ ਨਾ ਦਰਵਾਜ਼ਾ ਖੋਲੋ, ਕਹਿੰਦੇ ਉਹਨਾਂ ਤੋਂ ਦਰਵਾਜ਼ਾ ਨਹੀਂ ਖੋਲ ਹੋਇਆ। ਉਸ ਸਮੇਂ ਉਹ ਕਹਿੰਦੇ ਉਹਨਾਂ ਦਾ ਮਨ ਭਰ ਆਇਆ ਵੀ ਤੁਸੀਂ ਜਾਓਗੇ, ਅਜੀਤ ਸਿੰਘ ਸ਼ਹੀਦ ਹੋ ਗਿਆ ਤੇ ਤੁਸੀਂ ਵੀ ਸ਼ਹੀਦ ਹੋ ਜਾਣਾ ਹੈ। ਬਾਰ-ਬਾਰ ਕਹਿੰਦੇ ਤੁਸੀਂ ਰੁਕ ਜਾਓ, ਤੁਸੀਂ ਨਾ ਜਾਓ। ਇਤਿਹਾਸਕਾਰਾਂ ਦੀ ਅੰਦਰਲੀ ਪ੍ਰੇਮ ਤੇ ਵਿਰਾਗ ਦੀ ਉਡਾਰੀ ਹੈ। ਕਹਿੰਦੇ ਉਸ ਸਮੇਂ ਬਾਬਾ ਜੁਝਾਰ ਸਿੰਘ ਕਹਿਣ ਲੱਗੇ ਨਹੀਂ, ਮੈਂ ਵੀ ਆਪਣੇ ਭਰਾ ਦੇ ਵਾਂਗ ਰਣ ਤੱਤੇ ਵਿੱਚ ਜੂਝ ਕੇ ਸ਼ਹੀਦੀਆਂ ਪਾਵਾਂਗਾ। ਇਤਿਹਾਸਕਾਰਾਂ ਨੇ ਲਿਖਿਆ ਕਹਿੰਦੇ ਲਗਭਗ 500 ਫੱਟ ਭਾਵ ਨਿਸ਼ਾਨ ਘਾਵ ਜਿਹਨੂੰ ਕਹਿੰਦੇ ਨੇ, ਕਹਿੰਦੇ ਬਾਬਾ ਜੁਝਾਰ ਸਿੰਘ ਜੀ ਦੇ ਸੀਨੇ ਦੇ ਉੱਪਰ ਲੱਗੇ। ਤੇ ਜਦੋਂ ਬਾਬਾ ਜੁਝਾਰ ਸਿੰਘ ਜਦੋਂ ਗੜੀ ਦਾ ਕਿਲਾ ਖੋਲਿਆ ਗਿਆ ਨਾ ਦਰਵਾਜ਼ਾ, ਤਾਂ ਉਸ ਸਮੇਂ ਸੂਬਾ ਸਰਹੰਦ ਵਜੀਦ ਖਾਨ ਕਹਿੰਦਾ ਓਏ ਇਹ ਗੁਰੂ ਦਾ ਛੋਟਾ ਪੁੱਤਰ ਹੈ। ਇਉਂ ਲੱਗਦਾ ਵੀ ਗੁਰੂ ਕੋਲ ਸਾਰੇ ਸਿੰਘ ਖਤਮ ਹੋ ਗਏ, ਪਰ ਇਉਂ ਵੀ ਸੁਣਿਆ ਵੀ ਇਹ ਲੋਹੜੇ ਦਾ ਤੀਰ ਅੰਦਾਜ਼ ਹੈ, ਜਰਾ ਇਹ ਤੋਂ ਬਚ ਕੇ ਰਹੋ। ਉਹਨੇ ਨਹੀਂ ਪਰਵਾਹ ਕੀਤੀ। ਕਹਿੰਦੇ ਆ ਘੋੜੇ ਨੂੰ ਛੂਕਦਾ ਹੋਇਆ ਰਣ ਤੱਤੇ ਵਿੱਚ ਜਾ ਵੜਿਆ, ਪਰ ਹੁਣ ਦੁਸ਼ਮਣ ਹੈ ਨਾ, 10 ਲੱਖ ਦੀ ਗਿਣਤੀ ਹੈ ਤੇ ਇਕੱਲਾ ਬਾਬਾ ਜੁਝਾਰ ਸਿੰਘ। ਪਰ ਫਿਰ ਵੀ ਹਜ਼ਾਰਾਂ ਦੇ ਆਹੂ ਲਾਉਂਦਿਆਂ ਬਾਬਾ ਜੁਝਾਰ ਸਿੰਘ ਜੀ ਅੰਤਮ ਸਮੇਂ ਫਿਰ ਕੋਈ ਬਚਨ ਸੂਰਾ ਸੋ ਪਹਿਚਾਨੀਐ ਜੋ ਲਹਿ ਦੀਪ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਹੂ ਨਾ ਛਾੜੈ ਖੇਤ। ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦ ਹੋ ਗਏ। ਇਧਰੋਂ ਫਿਰ ਸ਼ਾਮ ਦਾ ਵਕਤ ਹੈ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੰਘੋ ਹੁਣ ਅਸੀਂ ਵੀ ਜੰਗ ਦੇ ਵਿੱਚ ਜਾ ਕੇ ਸ਼ਹੀਦ ਹੋਣਾ ਹੈ। ਤਾਂ ਉਸ ਸਮੇਂ ਕਹਿੰਦੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਸਾਰੇ ਸਿੰਘਾਂ ਨੇ ਆਪਸ ਦੇ ਵਿੱਚ ਫੈਸਲਾ ਕੀਤਾ। ਉਹ ਕਹਿੰਦੇ ਗੁਰੂ ਨੇ ਪਰਨ ਕਰ ਲਿਆ ਵੀ ਅੰਮ੍ਰਿਤ ਵੇਲੇ ਅਸੀਂ ਵੀ ਜੰਗ ਦੇ ਵਿੱਚ ਸ਼ਹੀਦੀ ਪਾ ਜਾਣੀ ਹੈ। ਸਤਿਗੁਰਾਂ ਦੇ ਕੋਲ ਇਕੱਠੇ ਹੋ ਕੇ ਗਏ ਪੰਥ ਰੂਪ ਦੇ ਵਿੱਚ। ਕਹਿੰਦੇ ਪਾਤਸ਼ਾਹ ਤੁਹਾਨੂੰ ਇੱਕ ਬੇਨਤੀ ਕਰਨੀ ਹੈ। ਉਹ ਕਹਿਣ ਲੱਗੇ ਨਹੀਂ। ਕਹਿਣ ਲੱਗੇ ਫਿਰ ਪੰਥ ਦਾ ਹੁਕਮ ਹੈ। ਉਹ ਕਹਿੰਦੇ ਹੁਕਮ ਕਰੋ। ਪਰ ਕਹਿੰਦੇ ਹੁਕਮ ਦੇ ਵਿੱਚ ਕਹਿੰਦੇ ਤੁਸੀਂ ਇਸ ਗੱਲ ਨੂੰ ਨਾ ਤੁਸੀਂ ਦਰਜ ਕਰਿਓ ਵੀ ਮੈਂ ਜੰਗ ਦੇ ਵਿੱਚ ਸ਼ਹੀਦ ਨਹੀਂ ਹੋਣਾ। ਤਾਂ ਕਹਿੰਦੇ ਉਸ ਨੇ ਭਾਈ ਦਇਆ ਸਿੰਘ, ਧਰਮ ਸਿੰਘ ਜਿੰਨੇ ਸਨ ਪੰਜ ਪਿਆਰੇ, ਉਹ ਕਹਿਣ ਲੱਗੇ ਉਹ ਹੁਕਮ ਹੀ ਕੀ ਹੋਇਆ ਜਿਹੜਾ ਪੁੱਛ ਕੇ ਕੀਤਾ ਜਾਏ। ਕਹਿੰਦੇ ਸਾਡਾ ਹੁਕਮ ਹੈ। ਤਾਂ ਹੱਥ ਜੋੜ ਕੇ ਕਹਿਣ ਲੱਗੇ ਫਿਰ ਕੀ ਹੁਕਮ ਹੈ? ਸਿੰਘ ਕਹਿਣ ਲੱਗੇ ਤੁਸੀਂ ਇਹ ਗੜੀ ਛੱਡ ਕੇ ਇੱਥੋਂ ਚਲੇ ਜਾਓ। ਤੁਸੀਂ ਸ਼ਹੀਦ ਹੋ ਗਏ ਤਾਂ ਸਾਡੇ ਵਰਗਾ ਇੱਕ ਵੀ ਪੈਦਾ ਨਹੀਂ ਹੋਣਾ, ਇੱਕ ਵੀ ਤੁਸੀਂ ਤਿਆਰ ਨਹੀਂ ਕਰ ਸਕੋਗੇ। ਤੁਸੀਂ ਇੱਥੋਂ ਚਲੇ ਗਏ ਤੇ ਸਾਡੇ ਵਰਗੇ ਤੁਸੀਂ ਅਨੇਕਾਂ ਸਿੰਘ ਤਿਆਰ ਕਰ ਲੋਗੇ। ਤਾਂ ਉਸ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਕਿੰਨਾ ਮਾਣ ਦਿੱਤਾ ਉਹਨੂੰ, ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਇਹ ਨੀਵੀਂ ਜਾਤੀ ਦੇ ਨੇ।
ਇਤਿਹਾਸ ਕਹਿੰਦੇ ਵੀ ਪਟਨੇ ਦੀ ਧਰਤੀ ਤੇ ਭਾਈ ਸੰਗਤ ਸਿੰਘ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਕੱਠੇ ਖੇਡਦੇ ਰਹੇ। ਇਹਨਾਂ ਦਾ ਮੁਹੱਗਾ ਕਹਿ ਲੋ ਇੱਕ ਦੂਜੇ ਨਾਲ ਚਿਹਰਾ ਵੀ ਮਿਲਦਾ ਸੀ। ਮੇਰੇ ਸਤਿਗੁਰਾਂ ਨੇ ਹੈ ਕੋਈ ਦੁਨੀਆ ਵਿੱਚ ਇਹੋ ਜਿਹਾ ਬਾਬਾ ਜਿਹੜਾ ਆਪਣੀ ਪਦਵੀ ਸਭ ਕੁਝ ਆਪਣੇ ਸਿੱਖਾਂ ਨੂੰ ਦੇ ਦੇ। ਮੇਰੇ ਗੁਰੂ ਨੇ ਐਵੇਂ ਹੀ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हो करो निवास। सतगुਰਾਂ ने दस्तार सजाई, कलगी सजाई एंड ਤਿਆਰ ਬਤਿਆਰ ਕਰਕੇ ਤੇ ਸਤਿਗੁਰੂ ਜੀ ਕਹਿਣ ਲੱਗੇ ਅਸੀਂ ਜਦੋਂ ਜਾਣਾ ਅਸੀਂ ਚੋਰਾਂ ਵਾਂਗੂ ਨਹੀਂ ਜਾਣਾ, ਅਸੀਂ ਇੱਥੋਂ ਤਾੜੀ ਮਾਰ ਕੇ ਜਾਣਾ, ਭਾਵ ਜੇ ਕੋਈ ਜਕਾਰਾ ਛੱਡ ਕੇ ਜਾਣਾ। ਤੇ ਸਤਿਗੁਰੂ ਜੋ ਕਿਲੇ ਵਿੱਚੋਂ ਗਏ ਨਗਾਰਾ ਵੱਜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਨਿਕਲੇ ਉਦੋਂ ਕਹਿਣ ਲੱਗੇ, ਪੀਰੇ ਹਿੰਦ ਮੇ ਰਬਦ। ਜਫਰਨਾਮੇ ਵਿੱਚ ਲਿਖਿਆ ਪੀਰੇ ਹਿੰਦ ਮੇ ਰਬਦ ਕਿ ਐ ਬਾਈ ਧਾਰ ਦੇ ਰਾਜਿਓ ਅਸੀਂ ਜਾ ਰਹੇ ਹਾਂ, ਜੇ ਕਿਸੇ ਵਿੱਚ ਤਾਕਤ ਹੈ ਤਾਂ ਸਾਨੂੰ ਫੜ ਕੇ ਦੱਸ ਦਵੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਇੱਥੋਂ ਗਏ। ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਵਰਗਿਆਂ ਨੂੰ ਮੇਰੇ ਸਤਿਗੁਰੂ ਜੀ ਨੇ ਆਖਿਆ, ਉਹ ਕਹਿੰਦੇ ਜੀ ਕਿੱਥੇ ਮਿਲੋਗੇ ਤੁਸੀਂ। ਹੁਣ ਪ੍ਰਸੰਗ ਕਾਫੀ ਲੰਬਾ ਹੈ, ਸਾਕਾ ਸਰਾਂਦੂ ਮੈਂ ਕੋਸ਼ਿਸ਼ ਕਰਾਂਗਾ ਅਗਲੇ ਹਫ਼ਤੇ ਆਪਾਂ ਬੇਨਤੀ ਕਰਨ ਦੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਿੱਥੇ ਮਿਲੋਗੇ। ਮੇਰੇ ਪਾਤਸ਼ਾਹ ਕਹਿੰਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਤਾਰੇ ਦੀ ਸੇਧ ਆ ਜਿਓ। ਮੇਰੇ ਸਤਿਗੁਰੂ ਜੀ ਕਿਰਪਾ ਕਰਨ ਅਕਾਲ ਪੁਰਖ ਉੱਥੇ ਆਪਾਂ ਮਿਲਾਂਗੇ। ਫਿਰ ਕਿਵੇਂ ਭਾਈ ਗੁਲਾਬੇ ਤੇ ਪੰਜਾਬੀ ਦੇ ਬਾਗ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ ਨੇ ਤੇ ਇਧਰੋਂ ਫਿਰ ਦੋਵੇਂ ਸਾਹਿਬਜ਼ਾਦੇ ਕੂਮੇ ਮਾਸ਼ਕੀ ਨੂੰ ਮਿਲੇ। ਅੱਗੋਂ ਫਿਰ ਕਹਿੰਦੇ ਕਿਵੇਂ ਗੰਗੂ ਵੀ ਆਪਣੇ ਘਰ ਉਹਨਾਂ ਨੂੰ ਲੈ ਜਾਂਦਾ। ਲੋਭ ਲਾਲਚ ਦੇ ਵਿੱਚ ਆ ਕੇ ਚੰਨ ਮੋਹਰਾਂ ਦੀ ਖਾਤਰ ਨਾ ਗੰਗੂ ਕੋਲ ਮਾਇਆ ਰਹੀ ਤੇ ਨਾ ਗੰਗੂ ਆਪ ਰਿਹਾ, ਪਰ ਕਹਿੰਦੇ ਨਾਮ ਰਹੋ ਸਾਧੂ ਰਹੋ ਗੁਰੂ ਗੋਬਿੰਦ। ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅੱਜ ਵੀ ਨਿਸ਼ਾਨ ਝੂਲਦੇ ਨੇ। ਗਿਆਨੀ ਸੰਤ ਸਿੰਘ ਮਸਕੀਨ ਦੀ ਇੱਕ ਮੈਂ ਕਥਾ ਸੁਣ ਰਿਹਾ ਸਾਂ। ਉਹ ਕਹਿੰਦੇ ਹੁਣੇ ਗੱਲ ਭਾਵੇਂ ਮੰਨਣ ਵਿੱਚ ਕੋਈ ਨਾ ਮੰਨੇ, ਕਹਿੰਦੇ ਉਹਨਾਂ ਨੇ ਆਪਣੀ ਕਥਾ ਵਿੱਚ ਉਹ ਕਹਿੰਦੇ ਇੱਕ ਵਾਰੀ ਇੰਨੀ ਸੰਗਤ ਵਿੱਚ ਉਤਸ਼ਾਹ ਤੇ ਸ਼ਰਧਾ ਕਹਿੰਦੇ ਲਗਭਗ ਕਹਿੰਦੇ 10 ਲੱਖ ਕਹਿੰਦੇ ਸੰਗਤ ਦਾ ਇਕੱਠ ਹੋਇਆ। ਜਦੋਂ ਕਹਿੰਦੇ ਉਹਦੀ ਗਿਣਤੀ ਤਾਂ ਕੀਤੀ ਗਈ ਵਿਦਵਾਨਾਂ ਨੇ, ਕਹਿੰਦੇ ਇਹ ਇਕੱਠ ਇੰਨਾ ਇਕੱਠ ਕੋਈ ਲੀਡਰ ਆਪਣੀ ਰੈਲੀ ਵਿੱਚ ਕਰਕੇ ਦੱਸੇ ਪੈਸੇ ਦੇ ਕੇ ਵੀ। ਉਹ 10 ਲੱਖ ਦਾ ਇਕੱਠ ਕੀ ਸੀ। ਉਹ ਕਹਿਣ ਲੱਗੇ ਦਰਅਸਲ ਇਹ ਸੱਦੇ ਨਹੀਂ ਗਏ, ਇਹ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦਾ ਜਿਹੜਾ ਖੂਨ ਹੈ ਇਹ ਸੰਗਤ ਨੂੰ ਖਿੱਚ ਕੇ ਲਿਆਉਂਦਾ ਕਿ ਇੱਥੇ ਫਤਿਹ ਕੀਤੀ ਗਈ ਹੈ। ਸਤਿਗੁਰੂ ਜੀ ਕਿਰਪਾ ਕਰਨ। ਅੱਗੇ ਜਿਵੇਂ ਦੀਵਾਨ ਟੋਡਰ ਮਲ ਦੀ ਬਹੁਤ ਕੁਰਬਾਨੀ, ਮੋਤੀ ਮਹਿਰੇ ਦੀ ਕੁਰਬਾਨੀ ਬੜੀ ਹੈ ਤੇ ਆਪਾਂ ਗੁਰੂ ਸਾਹਿਬ ਦੀ ਕਿਰਪਾ ਕਰਨ ਵਿਚਾਰ ਜ਼ਰੂਰ ਕਰਾਂਗੇ। ਪ੍ਰਸੰਗ ਕਾਫੀ ਲੰਬਾ ਸੀ, ਸੋ ਜਿਨ੍ਹਾਂ ਸੰਗਤਾਂ ਨੇ ਤਿੰਨੋਂ ਦਿਨ ਗੁਰੂ ਕੇ ਲੰਗਰ ਵਿੱਚ ਸੇਵਾਵਾਂ ਕੀਤੀਆਂ, ਰਲ ਮਿਲ ਕੇ ਸਭ ਨੇ ਰਲ ਮਿਲ ਕੇ ਭੈਣ ਜੀ ਵੱਲੋਂ ਉਹਨਾਂ ਵੱਲੋਂ ਆਖਿਆ ਨਹੀਂ ਕਿਸੇ ਦਾ ਕੋਈ ਨਾਮ ਨਹੀਂ ਵਿੱਚ ਮੈਂਸ਼ਨ ਕਰਨਾ, ਸਭ ਸੰਗਤ ਵੱਲੋਂ ਹੈ ਕਿਉਂਕਿ ਇੱਥੇ ਨਾਮ ਉਹਨਾਂ ਦਾ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਤੁਸੀਂ ਸਭ ਨੇ ਰਲ ਮਿਲ ਕੇ ਹਾਜ਼ਰੀ ਭਰੀ। ਪਾਤਸ਼ਾਹ ਦੀ ਕਿਰਪਾ ਕਰ। ਤਿੰਨੋਂ ਦਿਨ ਤੇ ਕੱਲ੍ਹ ਵੀ ਕੀਰਤਨ ਦਰਬਾਰ ਹੋਏ ਨੇ, ਸਭ ਨੇ ਸ਼ਸਤਰ ਵਿਦਿਆ ਦੇ ਅਭਿਆਸ ਕੀਤੇ ਗਏ। ਉਹ ਇਸ ਲਈ ਤਾਂ ਕਿ ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਸਕੀਏ। ਸੋ ਅਗਲਾ ਸਮਾਂ ਆਪਾਂ ਜੋ ਸਮਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਗਨ ਤਲਾਵਾਂ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜਮਾਲਿਓ ਸੂਰਮਾ ਅਬ ਜੁਜਨ ਕੋ ਦਾਓ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕਥਾ ਸਰਵਣ ਕਰ ਰਹੇ ਸਾਂ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਪਾਸੋਂ। ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਉਸ ਸਥਾਨ ਤੇ ਜਾ ਕੇ ਸਾਡੀ ਭਾਵਨਾ ਗੁਰੂ ਦੇ ਪਿਆਰਿਆਂ ਦੇ ਚਰਨਾਂ ਦੇ ਨਾਲ ਜੋੜੀ ਹੈ। ਗੁਰੂ ਕਹਾਉਣਾ ਤੇ ਗੁਰੂ ਬਣਨਾ ਬਹੁਤ ਔਖਾ ਹੈ। ਅੱਜ ਦੇ ਗੁਰੂਆਂ ਦੇ ਵਿੱਚ ਜੋ ਆਪਣੇ ਆਪ ਨੂੰ ਪਖੰਡ ਦੇ ਰਾਹ ਦੇ ਉੱਤੇ ਤੁਰਦੇ ਹਨ, ਉਹ ਕਿਵੇਂ ਮਨੁੱਖਤਾ ਦਾ ਘਾਣ ਕਰਦੇ ਹਨ, ਪਰ ਗੁਰੂ ਦਸ਼ਮੇਸ਼ ਤਿਕਾਰੀ ਹੈ ਜਿਸ ਨੇ ਜਦੋਂ ਉਹ ਜੰਗ ਦੇ ਮੈਦਾਨ ਵਿੱਚੋਂ ਸਿੰਘਾਂ ਦਾ ਹੁਕਮ ਮੰਨ ਕੇ ਆਪਣੇ ਪੰਥ ਦਾ ਹੁਕਮ ਮੰਨ ਕੇ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਤੇ ਉਹਦੇ ਪਿਆਰਿਆਂ ਦੀਆਂ ਲਾਸ਼ਾਂ ਪਈਆਂ ਸੀ। ਜਦੋਂ ਭਾਈ ਦਇਆ ਸਿੰਘ ਜੀ ਨੇ ਕਿਹਾ ਕਿ ਗੁਰੂ ਪਿਤਾ ਜੀਓ ਕਿ ਮੈਂ ਇਹਨਾਂ ਦੇ ਮੁਖਾਰ ਦੇ ਉੱਤੇ ਆਪਣਾ ਦਮਾਲਾ ਓੜਦੇ ਹਾਂ ਕਫਨ ਦੇ ਰੂਪ ਦੇ ਵਿੱਚ, ਤੇ ਗੁਰੂ ਸਾਹਿਬ ਨੇ ਕਿਹਾ ਆਹ ਜਿਹੜੇ ਮੇਰੇ ਪੁੱਤਾਂ ਤੋਂ ਪਿਆਰੇ ਪਏ ਆ, ਜੇ ਤਾਂ ਸਾਰਿਆਂ ਤੇ ਕਫਨ ਪਾ ਸਕਦਾ ਤੇ ਪਾ ਦੇ, ਨਹੀਂ ਤਾਂ ਇਹਨਾਂ ਦੇ ਦੋਵਾਂ ਦੇ ਮੂੰਹ ਤੇ ਨਹੀਂ ਪਾਉਣ ਦੀ ਕੋਈ ਲੋੜ ਨਹੀਂ। ਸਾਡੇ ਉੱਤੇ ਇੰਨਾ ਮਾਣ ਕੀਤਾ, ਪਰ ਅੱਜ ਸਾਡੇ ਹਾਲਾਤ ਕੀ ਹਨ?
ਅਸੀਂ ਕੰਨਾਂ ਦੇ ਵਿੱਚ ਮੁਦਰਾ ਪਾ ਕੇ ਅਸੀਂ ਸਾਰਿਆਂ ਦੇ ਡੇਰਿਆਂ ਤੇ ਜਾ ਕੇ ਅਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਕੌਣ ਹਾਂ।